कोई तंत्र मंत्र का सहारा लै रहा है, कोई स्टेज ते पढ़ रहा है, तो कोई किसी को जाके तंत्र मंत्र मरवाना पिया भी की, ते कोई ताश खेडन रहा भी 5 साल बाद जे ही 2-4 पत्ते सुटते बजुर्गों च बह के ते सानू लगदा भी सानू लोग वोटां पा देणगे। देखो रेत खा जांदे ने, शराब ये पी जाते हैं, किहड़ा काम ये नहीं करते पर इन्हां दा हाजमा इन्ना दुरुस्त है भी इन्हों कुछ होंदा ही नहीं, भी सब कुछ खाईदे, इन्हों ना ही इन्हों डर है। वोट बैंक की राजनीति ने बेड़ा गर्क कर दिता है, पूरे पंजाब की नहीं गल कर रहा है, पूरे देश का ही बेड़ा गर्क कर दिता है। कहण नूं ते देखो ये कहा जा रहा है भी आउंदियां कुछ सालों के विच असीं देश जिहड़ा साडा इंडिया है वो नंबर 1 हो जाएगा वर्ल्ड च। पर वो नंबर 1 काहदे च होएगा तुहानूं पता है? पॉपूलेशन च, जनसंख्या च असीं 135 करोड़ आ, आने वाले कुछ सालों के विच ही असीं चीन नूं पार कर जाएंगे। जिन्ना चिर उपर बंदा जिहड़ा वो ईमानदार नहीं बैठेगा, उन्ना चिर थल्ले इस तरह ही समस्यावां च जूझदा रहेगा पंजाब, उस तरह ही पंजाब खोखला हुंदा रहेगा। ਉਹ ਲੀਡਰ ਜਿਨ੍ਹਾਂ ਲੀਡਰਾਂ ਦੇ ਤੁਸੀਂ ਦਰਸ਼ਨ ਨਹੀਂ ਸੀ ਕਦੀ ਕਰ ਸਕਦੇ, ਦੁਰਲਭ ਸੀ, ਹੱਥ ਜੋੜ ਜੋੜ ਕੇ ਗਲੀ ਗਲੀ ਘਰ ਘਰ ਜਾ ਰਹੇ ਨੇ, ਇਹ ਤੁਹਾਡੇ ਵੋਟ ਦੀ ਤਾਕਤ ਹੈ। ਹੁਣ ਇਹ ਤੁਸੀਂ ਦੇਖਣਾ ਵੀ ਤੁਸੀਂ ਧਰਮ ਜਾਤ ਦੇ ਆਧਾਰ ਤੇ ਵੋਟ ਪਾਣੇ ਆ, ਤੁਸੀਂ ਅਮੀਰ ਗਰੀਬ ਦੇ ਆਧਾਰ ਤੇ ਵੋਟ ਪਾਣੇ ਆ, ਤੁਸੀਂ ਆਪਣਾ ਵੋਟ ਇੱਕ ਸ਼ਰਾਬ ਦੀ ਬੋਤਲ ਤੇ ਵੇਚਣਾ ਹੈ, ਤੁਸੀਂ ਆਪਣਾ ਵੋਟ ਆਟਾ ਦਾਲ ਸਕੀਮ ਤੇ ਵੇਚਣਾ ਹੈ। D4U ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇੰਦਰਜੀਤ। ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ। ਆਉਂਦੀ 20 ਫਰਵਰੀ ਨੂੰ ਪੰਜਾਬ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਹਰੇਕ ਪਾਰਟੀ ਜ਼ੋਰ ਲਗਾ ਰਹੀ ਹੈ ਕਿ ਸੱਤਾ ਵਿੱਚ ਕਾਬਜ਼ ਕਿਵੇਂ ਹੋਣਾ ਹੈ। ਇਸੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜੀ ਨਾਲ। ਭੰਡਾਰੀ ਸਾਹਿਬ ਨਮਸਕਾਰ। ਨਮਸਕਾਰ ਪ੍ਰਿੰਸ, ਸਾਰੇ ਦਰਸ਼ਕਾਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਭੰਡਾਰੀ ਸਾਹਿਬ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੋਣਾਂ ਵਿੱਚ ਪੰਜਾਬ ਦੇ ਅਸਲ ਮੁੱਦੇ ਕੀ ਨੇ ਤੇ ਇਹ ਚੋਣਾਂ ਵਿੱਚੋਂ ਇਸ ਵਾਰ ਗਾਇਬ ਕਿਉਂ ਨੇ? ਦੇਖੋ ਤੁਹਾਨੂੰ ਯਾਦ ਹੋਣਾ ਹੈ ਕਿ 2017 ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਣਿਆ ਸੀ ਨਸ਼ਾ ਜੀ। ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਗੁਟਕਾ ਸਾਹਿਬ ਨੂੰ ਲੈ ਕੇ, ਲੇਕਿਨ 4.5 ਸਾਲ ਉਹ ਮੁੱਖ ਮੰਤਰੀ ਰਹੇ ਪਰ ਨਸ਼ਾ ਖਤਮ ਨਹੀਂ ਹੋਇਆ ਜੀ। ਕਿਹਾ ਜਾ ਰਿਹਾ ਕਿ 65,000 ਕੇਸ ਦਰਜ ਹੋਏ ਪਰ ਹਜੇ ਵੀ ਵੱਡੇ ਮਗਰਮੱਛ ਜਿਹੜੇ ਉਹ ਪਕੜੇ ਨਹੀਂ ਗਏ ਜੀ। ਇਹ ਕਿਹਾ ਜਾਂਦਾ ਵੀ ਨਸ਼ਾ ਬੜੀ ਵੱਡੀ ਪ੍ਰੋਬਲਮ ਹੈ। ਹੁਣ ਵੀ ਇੱਕ ਮੈਂ ਗੱਲ ਕਰਾਂਗਾ ਤੁਹਾਨੂੰ, ਇੱਕ ਅਖਬਾਰ ਵੱਲੋਂ ਸਰਵੇ ਹੋਇਆ ਹੈ ਜਿਨੇ ਕਿ 80% ਜਿਹੜੇ ਲੋਕ ਨੇ ਉਹਨਾਂ ਨੇ ਇਹ ਆਖਿਆ ਕਿ ਹਜੇ ਵੀ ਪੰਜਾਬ 'ਚ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ ਜੀ। ਉਹ ਇੱਕ ਤੇ ਕਿ ਪੰਜਾਬ 'ਚ ਨਸ਼ਾ ਜਿਹੜਾ ਹੈ ਅਵੇਲੇਬਿਲਿਟੀ ਆਸਾਨੀ ਨਾਲ ਹੈ। ਤੁਹਾਨੂੰ ਯਾਦ ਹੋਣਾ ਅਸੀਂ ਸਕੂਲ ਦੇ ਕੁਝ ਸਟੂਡੈਂਟ ਸੀਗੇ, ਉਹਨਾਂ ਨਾਲ ਵੀ ਗੱਲ ਕੀਤੀ ਸੀ ਜੀ। 19 ਸਾਲ ਦਾ ਬੱਚਾ ਹੈ, ਉਹਨੇ ਪਹਿਲੀ ਵਾਰੀ ਵੋਟ ਪਾਣਾ ਹੈ ਤੇ ਉਹ ਕਿਸ ਤਰ੍ਹਾਂ ਕਹਿ ਰਿਹਾ ਹੈ ਕਿ ਨਸ਼ਾ ਚਿੱਟਾ ਘਰ ਗਲੀ ਗਲੀ ਵਿਕਦਾ ਹੈ, ਵੀ ਲੀਡਰ ਵਿਕਾਉਂਦੇ ਨੇ। ਇਹ ਸ਼ਰੇਆਮ ਆਰੋਪ ਲਗਾਇਆ ਜਾਂਦਾ ਕਿਉਂਕਿ ਇਹ ਤੇ ਸੱਚ ਹੈ। ਜੇ ਕਿਸੇ ਵੱਡੇ ਲੀਡਰ ਦਾ ਸੰਰਕਸ਼ਣ ਪ੍ਰਾਪਤ ਨਾ ਹੋਵੇ ਤੇ ਕੋਈ ਵੀ ਅਪਰਾਧ ਨਹੀਂ ਹੋ ਸਕਦਾ। ਨਸ਼ਾ ਤੇ ਫਿਰ ਬਹੁਤ ਵੱਡੀ ਚੀਜ਼ ਹੈ ਜੀ। ਇੱਕ ਤਾਂ ਨਸ਼ਾ ਬਹੁਤ ਇਹ ਗਾਇਬ ਹੈ ਕਿਉਂਕਿ ਪਾਰਟੀਆਂ, ਤੁਹਾਨੂੰ ਯਾਦ ਹੋਣਾ ਹੈ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਸੰਯੋਜਕ ਨੇ, ਉਹਨਾਂ ਨੇ ਵੀ ਨਸ਼ੇ ਦੀ ਬੜੀ ਗੱਲ ਕੀਤੀ ਸੀ ਤੇ ਬਾਅਦ 'ਚੋਂ ਉਹਨਾਂ ਨੇ ਮਾਫੀ ਮੰਗ ਲਈ ਸੀ। ਕੁਝ ਪਾਰਟੀਆਂ ਵੀ ਕਹਿੰਦੀਆਂ ਵੀ ਨਸ਼ਾ ਕੋਈ ਬੜਾ ਵੱਡਾ ਮੁੱਦਾ ਨਹੀਂ ਹੈ, ਪਰ ਨਸ਼ਾ ਮੁੱਦਾ ਹੈ, ਬੇਰੁਜ਼ਗਾਰੀ ਮੁੱਦਾ ਹੈ, ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਬਾਹਰ ਜਾ ਰਹੀ, ਉਹ ਬੜਾ ਵੱਡਾ ਮੁੱਦਾ ਹੈ, ਪੰਜਾਬ ਕਰਜ਼ ਦੇ ਦਲਦਲ 'ਚ ਧਸ ਗਿਆ, ਉਹ ਬੜਾ ਵੱਡਾ ਮੁੱਦਾ ਹੈ, ਭ੍ਰਸ਼ਟਾਚਾਰ ਹੈ, ਬੜਾ ਵੱਡਾ ਮੁੱਦਾ ਹੈ। ਪਰ ਇੱਥੇ ਮੁੱਦੇ ਗਾਇਬ ਨੇ। ਕੋਈ ਤੁਸੀਂ ਦੇਖਿਆ ਹੈ ਕੋਈ ਤੰਤਰ ਮੰਤਰ ਦਾ ਪੜ ਰਿਹਾ ਹੈ, ਕੋਈ ਤੰਤਰ ਮੰਤਰ ਦਾ ਸਹਾਰਾ ਲੈ ਰਿਹਾ ਹੈ, ਕੋਈ ਸਟੇਜ ਤੇ ਪੜ ਰਿਹਾ ਹੈ ਤੇ ਕੋਈ ਕਿਸੇ ਕੋਲ ਜਾ ਕੇ ਤੰਤਰ ਮੰਤਰ ਮਰਵਾਨਾ ਪਿਆ ਵੀ ਕੀ, ਤੇ ਕੋਈ ਤਾਸ਼ ਖੇਡਣ ਰਿਹਾ ਵੀ 5 ਸਾਲ ਬਾਅਦ ਜੇ ਹੀ 2-4 ਪੱਤੇ ਸੁੱਟਦੇ ਬਜ਼ੁਰਗਾਂ 'ਚ ਬਹਿ ਕੇ ਤੇ ਸਾਨੂੰ ਲੱਗਦਾ ਵੀ ਸਾਨੂੰ ਲੋਕ ਵੋਟਾਂ ਪਾ ਦੇਣਗੇ ਜੀ। ਅਸਲ ਮੁੱਦਿਆਂ ਦੀ ਗੱਲ ਕਰਨੀ ਹੈ। ਕਿਸਾਨ ਫਾਰਮਰ ਅੱਜ ਵੀ ਆਤਮ ਹੱਤਿਆ ਕਰ ਰਿਹਾ, ਕਈ ਬੇਰੋਜ਼ਗਾਰ ਆਤਮ ਹੱਤਿਆ ਕਰ ਰਹੇ ਨੇ, ਲੋਕ ਜਿਹੜੇ ਨੇ ਲੋਕ ਇੰਨੇ ਪਰੇਸ਼ਾਨ ਨੇ, ਘਰ ਦਾ ਖਰਚਾ ਨਹੀਂ ਚੱਲ ਪਾ ਰਿਹਾ। ਇਹ तमाम ਪੰਜਾਬ ਦੀ ਹਵਾ ਖਰਾਬ ਹੋ ਗਈ ਹੈ। ਸਾਹ ਲੈਣ ਨੂੰ ਹਵਾ ਨਹੀਂ, ਪੀਣ ਨੂੰ ਪਾਣੀ ਨਹੀਂ ਹੈ ਸਾਫ਼। ਲੋਕ ਹਜੇ ਵੀ ਅੱਜ 75 ਸਾਲਾਂ ਬਾਅਦ ਵੀ ਲੋਕ ਤਰਸ ਰਹੇ ਨੇ ਮੂਲਭੂਤ ਸੁਵਿਧਾਵਾਂ ਨੂੰ।
ਪੰਜਾਬ ਦਾ ਕਰਜ਼ ਕਿੱਦਾਂ ਮਾਫ ਕੀਤਾ ਜਾਏਗਾ। ਕੋਈ ਰੋਡ ਮੈਪ ਤਾਂ ਦੇਣ। ਸਾਰੇ ਕਹਿੰਦੇ ਆ, ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ, ਗੰਦਗੀ ਸੁੱਟੀ ਜਾਂਦੇ ਇੱਕ ਦੂਜੇ ਦੇ ਉੱਤੇ ਵੀ ਉਹ ਚੋਰ ਖਾ ਗਿਆ, ਫਲਾਣਾ ਚੋਰ ਹੈ, ਟਮਕਾਣਾ ਚੋਰ ਹੈ, ਉਹਨੇ ਪੰਜਾਬ ਨੂੰ ਲੁੱਟ ਲਿਆ, ਆਪਣੇ ਘਰ ਭਰ ਲਏ। ਤੇ ਇਹ ਤੇ ਸਾਰਿਆਂ ਨੂੰ ਪਤਾ ਹੈ ਜੀ। ਮੈਂ ਇੱਕ ਗੱਲ ਕੋਟ ਕਰਨੀ ਚਾਹਾਂਗਾ, ਪੁਰਾਣੀ ਗੱਲ ਹੈ। ਇੱਕ ਮੰਤਰੀ ਨੂੰ ਕਿਸੇ ਨੇ ਪੁੱਛਿਆ ਸੀ ਵੀ ਤੁਸੀਂ ਜਦੋਂ ਮੰਤਰੀ ਨਹੀਂ ਸੀਗੇ ਤੇ ਤੁਹਾਡਾ ਕਾਰੋਬਾਰ ਕੁਝ ਵੀ ਨਹੀਂ, ਹੁਣ ਤੁਸੀਂ ਕਰੋੜਾਂ ਰੁਪਏ ਕਮਾ ਲਏ ਨੇ, ਤੇ ਉਹਨੇ ਕੋਈ ਜਵਾਬ ਦਿੱਤਾ ਸੀ, ਤੇ ਮੈਂ ਮੰਤਰੀ ਹਾਂ, ਮੈਂ ਬੱਸਾਂ ਨਹੀਂ ਪਾਊਂਗਾ ਤੇ 3 ਵੀਲਰ ਪਾਊਂਗਾ। ਮੇਰਾ ਇਹ ਕਹਿਣ ਦਾ ਇਹ ਭਾਵ ਹੈ, ਭ੍ਰਸ਼ਟਾਚਾਰ ਤੋਂ ਲੋਕਾਂ ਨੇ ਕੁਝ ਲੈਣਾ ਨਹੀਂ ਦੇਣਾ। ਮੰਤਰੀ ਕੋਈ ਕਿੰਨਾ ਪੈਸਾ ਖਾ ਰਿਹਾ, ਕੋਈ ਟਰਾਂਸਫਰਾਂ ਚੋਂ ਪੈਸਾ ਲੈ ਰਿਹਾ, ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਟਰਾਂਸਫਰ ਚ ਪੈਸਾ ਤਾਂ ਲਿਆ ਜਾਂਦਾ ਵੀ ਜੇ ਕੋਈ ਦਿੰਦਾ ਤੇ ਦੇਣ ਵਾਲਾ ਵੀ ਰਾਜੀ ਤੇ ਲੈਣ ਵਾਲਾ ਵੀ ਰਾਜੀ, ਤੁਹਾਨੂੰ ਸਾਨੂੰ ਮਿਲੇ। ਬਟ ਆਮ ਜਨਤਾ ਚਾਹੁੰਦੀ ਸਾਨੂੰ ਬੇਸਿਕ ਫੈਸਿਲਿਟੀਆਂ ਮਿਲ ਜਾਣ, ਸਾਨੂੰ ਸੁਰੱਖਿਆ ਮਿਲੇ, ਲੋਕ ਘਰੋਂ ਨਿਕਲਣ ਲੱਗਿਆ ਡਰਨ ਨਾ। ਇਹ तमाम ਮੁੱਦੇ ਹੈ। ਮੈਨੂੰ ਲੱਗਦਾ ਹੈ ਕਿ ਗਾਇਬ ਨੇ ਇੱਕ ਤੁਹਾਨੂੰ ਇੱਕ ਪੂਰਵ ਐਕਸ ਡੀਜੀਪੀ ਸੀਗੀ, ਉਹਨਾਂ ਨੇ ਵੀ ਇੱਕ ਰਿਪੋਰਟ ਬਣਾ ਕੇ ਪੂਰੀ ਦਿੱਤੀ ਸੀਗੀ। ਮੁਹੰਮਦ ਮੁਸਤਫਾ ਨਾ ਇਹ ਸ਼ਸ਼ੀਕਾਂਤ ਡੀਜੀਪੀ ਜੇਲ੍ਹ ਦੇ ਡੀਜੀਪੀ ਸੀਗੇ, ਉਹਨਾਂ ਨੇ ਇੱਕ ਰਿਪੋਰਟ ਬਣਾ ਕੇ ਦਿੱਤੀ ਸੀ ਵੀ ਨਸ਼ਾ ਕਿੰਨਾ ਹੈ, ਕਿੱਥੋਂ ਆ ਰਿਹਾ ਹੈ, ਕੌਣ ਲੋਕ ਸ਼ਾਮਲ ਨੇ ਇਹਦੇ ਵਿੱਚ। ਪਰ ਉਹ ਰਿਪੋਰਟ ਹੀ ਸਾਰਵਜਨਿਕ ਨਹੀਂ ਕੀਤੀ ਗਈ। ਇਸ ਕਰਕੇ ਸਾਰਵਜਨਿਕ ਕੀਤੀ ਗਈ ਕਿਉਂਕਿ ਵੱਡੇ ਲੋਕਾਂ ਦੇ ਨਾਮ ਨੇ। ਤੁਹਾਨੂੰ ਯਾਦ ਹੋਣਾ ਹੈ ਰਾਹੁਲ ਗਾਂਧੀ ਨੇ ਵੀ ਇੱਕ ਵਾਰੀ ਕਿਹਾ ਸੀ ਕਿ ਪੰਜਾਬ ਉੜਤਾ ਪੰਜਾਬ ਫਿਲਮ ਬਣ ਗਈ, ਜਿਹਦੇ ਵਿੱਚ ਦੱਸਿਆ ਗਿਆ ਪੰਜਾਬੀ ਕਿਸ ਤਰ੍ਹਾਂ ਨਸ਼ੇ ਦੇ ਆਦੀ ਹੋ ਰਹੇ। ਅੱਜ ਵੀ तमाम ਜਿਹੜੇ ਰੈਸਟੋਰੈਂਟ ਨੇ ਜਿਨ੍ਹਾਂ ਦੇ ਵਿੱਚ ਹੁੱਕੇ ਪਾਏ ਜਾਂਦੇ ਨੇ, ਹੁੱਕੇ ਰੈਸਟੋਰੈਂਟ ਤੇ ਛੱਡੋ, ਅੱਜ ਕੱਲ ਵਿਆਹ ਸ਼ਾਦੀ 'ਚ ਫੈਸ਼ਨ ਬਣ ਗਿਆ, ਹੁੱਕੇ ਲਾਏ ਹੁੰਦੇ ਆ ਲੋਕ, ਹੁੱਕੇ ਦਾ ਸੂਟਾ ਮਾਰਦੇ ਜਾ ਕੇ ਉੱਥੇ। ਮੁੰਡੇ ਪਹਿਲੇ ਤੇ ਮੁੰਡੇ ਮਾਰਦੇ ਸੀ, ਹੁਣ ਤਾਂ ਕੁੜੀਆਂ ਵੀ ਵਿੱਚ ਸ਼ਾਮਲ ਹੋ ਗਈਆਂ। ਇਹ तमाम ਜਿਹੜੇ ਇਹ ਮੁੱਦੇ ਆ, ਇਹ ਬੇਸਿਕਸ ਮੁੱਦੇ ਜਿਹੜੇ ਬੇਸਿਕ ਨੇ ਨਾ, ਇਹ ਪਹਿਲੇ ਏਜੰਡੇ 'ਚ ਹੋਣੇ ਚਾਹੀਦੇ ਆ। ਪਰ ਸਾਰੀਆਂ ਪਾਰਟੀਆਂ ਨੂੰ ਇੱਕੋ ਹੀ ਏਜੰਡਾ ਹੈ, ਅਸੀਂ ਪੰਜਾਬ ਦੀ ਸੱਤਾ ਤੇ ਕਿਵੇਂ ਬਹਿਣਾ। ਪਹਿਲੇ ਤਾਂ ਹੁੰਦਾ ਸੀ 2 ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ। ਇਸ ਵਾਰੀ 5 ਪਾਰਟੀਆਂ ਨੇ ਚੁਣਾਵ ਲੜ ਰਹੀਆਂ ਤੇ ਕਿਹਾ ਜਾ ਰਿਹਾ ਵੀ ਚਾਰਾਂ ਦਾ ਮੁਕਾਬਲਾ। ਕਿਸਾਨਾਂ ਨੂੰ ਕਿੰਨੀ ਕੁ ਵੋਟ ਪੈਂਦੀ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਕੁੱਲ ਮਿਲਾ ਕੇ ਪੰਜਾਬ ਨੂੰ ਕੀ ਮਿਲਿਆ 75 ਸਾਲ ਦੇ ਵਿੱਚ, ਲੋਕਾਂ ਨੂੰ ਕੀ ਮਿਲਿਆ? ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਵੀ ਲੋਕ ਜਿਹੜੇ ਆਖਰ ਜਾਣ ਤੇ ਜਾਣ ਕਿੱਥੇ। ਦੇਖੋ ਰੇਤ ਖਾ ਜਾਂਦੇ ਨੇ, ਸ਼ਰਾਬ ਇਹ ਪੀ ਜਾਂਦੇ ਨੇ, ਕਿਹੜਾ ਕੰਮ ਇਹ ਨਹੀਂ ਕਰਦੇ ਪਰ ਇਹਨਾਂ ਦਾ ਹਾਜ਼ਮਾ ਨਾ ਦਰੁਸਤ ਹੈ ਵੀ ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ, ਵੀ ਸਭ ਕੁਝ ਖਾਈਦੇ। ਇਹਨਾਂ ਨੂੰ ਨਾ ਹੀ ਇਹਨਾਂ ਨੂੰ ਡਰ ਹੈ ਵੀ ਦੇਖੋ ਹਰ ਬੰਦੇ ਨੇ ਇੱਕ ਸੱਚਾਈ ਇਹ ਹੈ ਕਿ ਮਰ ਜਾਣਾ ਹੈ। ਇਹਨਾਂ ਨੂੰ ਡਰ ਹੀ ਨਹੀਂ, ਰੱਬ ਦਾ ਵੀ ਖੌਫ ਨਹੀਂ ਹੈ ਵੀ ਲੋਕਾਂ ਨੂੰ ਕੁਝ ਦਿਓ, ਖਾ ਦਿਓ, ਸਾਨੂੰ ਕੋਈ ਮਤਲਬ ਨਹੀਂ, ਲੋਕਾਂ ਨੂੰ ਕੁਝ ਦਿਓ। ਐਜੂਕੇਸ਼ਨ ਨਹੀਂ ਹੈ ਲੋਕਾਂ ਲਈ, ਕਿ ਆਮ ਬੰਦਾ ਕਿੱਥੋਂ ਪੜਾਏਗਾ ਆਪਣਾ ਬੱਚਾ? ਸਰਕਾਰੀ ਸਕੂਲਾਂ ਦੀ ਹਾਲਤ ਕਿਹਨੂੰ ਨਹੀਂ ਪਤਾ ਕਿੰਨੇ ਹਾਲਾਤ ਖਰਾਬ ਹੈ। ਹੈਲਥ ਜਿਹੜਾ ਉਹ ਬੁਰੀ ਹਾਲਤ ਹੈ। ਜੇ ਡਾਕਟਰ ਹੈ, ਡਾਕਟਰ ਸੁਪਰ ਸਪੈਸ਼ਲਿਟੀ ਡਾਕਟਰ ਤਾਂ ਹੈ ਹੀ ਨਹੀਂ ਸਾਡੇ ਕੋਲ ਸਰਕਾਰੀ ਹਸਪਤਾਲਾਂ ਦੇ ਵਿੱਚ, ਤੇ ਬਾਹਰ ਇਲਾਜ ਬਹੁਤ ਮਹਿੰਗਾ ਹੈ। ਮੂਲਭੂਤ ਸੁਵਿਧਾਵਾਂ, ਬੇਸਿਕ ਫੈਸਿਲਿਟੀਜ਼ ਦੇਣੀਆਂ, ਉਹ ਜਿਹੜੇ ਉਹ ਮੁੱਦੇ ਨੇ, ਉਹ ਕਿਸ ਤਰ੍ਹਾਂ ਬਸ ਆਉਂਦੇ ਆ ਇੱਕ ਦੂਜੇ ਤੇ ਆਰੋਪ ਲਗਾਉਂਦੇ ਆ, ਉਹਨੇ ਇੰਜ ਕੀਤਾ, ਉਹਨੇ ਧਮਕਾਣਾ ਕਰਤਾ, ਫਲਾਣਾ ਖਾ ਗਿਆ, ਆਪਣੇ ਹੋਟਲ ਬਣਾ ਲਏ, ਕਿਸੇ ਨੇ ਮਹਿਲ ਬਣਾ ਲਏ, ਕੋਠੀ ਬਣਾ ਲਈ। ਲੋਕਾਂ ਦੀ ਗੱਲ ਨਹੀਂ ਕੋ ਕਰ ਰਿਹਾ, ਲੋਕ ਕਰਨ ਤੇ ਕਰਨ ਕੀ। ਪਰ ਲੋਕ ਵੋਟ ਕਿਸ ਨੂੰ ਪਾਣ? ਫਿਰ ਜੇ ਇਹ ਸਭ ਚੱਲਦਾ ਰਿਹਾ ਤੇ ਲੋਕ ਫਿਰ ਵੋਟ ਕਿਸ ਨੂੰ ਪਾਣ? ਦੇਖੋ ਇਹਨੂੰ ਚੁਣ ਕੇ ਅੱਗੇ ਲਿਆਉਣਗੇ। ਦੇਖੋ ਪ੍ਰਿੰਸ, ਇਹ ਤੇ ਲੋਕਾਂ ਨੇ ਸੋਚਣਾ ਨਾ ਵੀ ਵੋਟ ਕਿਹਨੂੰ ਪਾਣਾ ਹੈ। ਪਹਿਲੀ ਗੱਲ ਤੇ ਮੈਂ ਇਹ ਕਹਾਂਗਾ ਇਸ ਦਰਸ਼ਕਾਂ ਨੂੰ ਵੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਤੁਸੀਂ। ਇਹ ਵੋਟ ਦੀ ਤਾਕਤ ਹੈ। ਤੁਸੀਂ ਦੇਖਿਆ ਨਹੀਂ ਵੀ ਉਹ ਲੀਡਰ ਜਿਨ੍ਹਾਂ ਲੀਡਰਾਂ ਦੇ ਤੁਸੀਂ ਦਰਸ਼ਨ ਨਹੀਂ ਸੀ ਕਦੀ ਕਰ ਸਕਦੇ, ਦੁਰਲਭ ਸੀ, ਹੱਥ ਜੋੜ ਕੇ ਗਲੀ ਘਰ ਜਾ ਰਹੇ ਨੇ, ਇਹ ਤੁਹਾਡੇ ਵੋਟ ਦੀ ਤਾਕਤ ਹੈ। ਹੁਣ ਇਹ ਤੁਸੀਂ ਦੇਖਣਾ ਵੀ ਤੁਸੀਂ ਧਰਮ ਜਾਤ ਦੇ ਆਧਾਰ ਤੇ ਵੋਟ ਪਾਣੇ ਆ, ਤੁਸੀਂ ਅਮੀਰ ਗਰੀਬ ਦੇ ਆਧਾਰ ਤੇ ਵੋਟ ਪਾਣੇ ਆ, ਤੁਸੀਂ ਆਪਣਾ ਵੋਟ ਇੱਕ ਸ਼ਰਾਬ ਦੀ ਬੋਤਲ ਤੇ ਵੇਚਣਾ ਹੈ, ਤੁਸੀਂ ਆਪਣਾ ਵੋਟ ਆਟਾ ਦਾਲ ਸਕੀਮ ਤੇ ਵੇਚਣਾ ਹੈ। ਤਰਾਸ ਦੀ ਇਹ ਦੇਖੋ, ਆਟਾ ਦਾਲ ਸਕੀਮ ਦੀ ਇੱਕ ਤੁਹਾਨੂੰ ਦੱਸਦਾ ਸਰਵੇ ਹੋਇਆ ਵੀ ਜਿਨ੍ਹਾਂ ਨੇ ਕਾਰਡ ਬਣੇ ਜਿਨ੍ਹਾਂ ਦੇ, ਵੀ ਉਹ ਬੰਦੇ ਕੌਣ ਨੇ। ਘਰ 'ਚ 3 ਏਸੀ ਲੱਗੇ ਆ ਤੇ ਨੀਲੇ ਕਾਰਡ ਬਣਾ ਰੱਖੇ ਆ। ਆਯੁਸ਼ਮਾਨ ਸਕੀਮ ਬੰਦ ਹੋ ਗਈ ਇੱਥੇ ਪੰਜਾਬ 'ਚ, ਇਸ ਕਰਕੇ ਵੀ ਜੇ ਆਣਾ 15 ਲੱਖ ਦੀ ਕਾਰ 'ਚ ਤੇ ਹਸਪਤਾਲ ਜਾਣਾ ਤੇ ਆਯੁਸ਼ਮਾਨ ਦਾ ਕਾਰਡ ਦਿਖਾ ਦੇਣਾ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਫੈਸਿਲਿਟੀਜ਼ ਹੈ ਸਰਕਾਰਾਂ ਦਿੰਦੀਆਂ ਤੇ ਫੈਸਿਲਿਟੀਆਂ ਮਿਲਣੀਆਂ ਉਹਨਾਂ ਨੂੰ ਚਾਹੀਦੀਆਂ ਜਿਹੜੇ ਇਹਦੇ ਅਸਲ ਹੱਕਦਾਰ ਹੈ। ਐਸੇ ਕਈ ਲੋਕ ਨੇ, ਸਰਕਾਰਾਂ ਨੇ ਪੈਨਸ਼ਨਾਂ ਲਾਈਆਂ, ਮੁੰਡਾ ਡਾਕਟਰ ਹੈ ਤੇ ਮਾਪਿਓ ਜਾ ਕੇ ਪੈਨਸ਼ਨ ਲੈਣ ਦੇ, ਪਹਿਲੇ 750 ਸੀ ਹੁਣ ਤੇ 1500 ਹੋ ਗਈ। ਫਿਰ ਜੇ ਕਿਹਾ ਗਿਆ ਵੀ ਕੋਈ ਵੀ ਸਰਕਾਰੀ ਸਕੀਮ ਆਂਦੀ ਉਹਦਾ ਦੁਰਉਪਯੋਗ ਹੁੰਦਾ ਹੈ, ਪੈਸਾ ਜਿਹੜਾ ਉਹ ਫਿਰ ਭਰਪਾਈ ਨਹੀਂ ਹੁੰਦੀ, ਫਿਰ ਲੀਡਰ ਨਹੀਂ ਕੰਮ ਕਰਨ ਦਿੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਵੋਟ ਬੈਂਕ ਹੈ। ਵੋਟ ਬੈਂਕ ਦੀ ਰਾਜਨੀਤੀ ਨੇ ਬੇੜਾ ਗਰਕ ਕਰ ਦਿੱਤਾ ਹੈ। ਪੂਰੇ ਪੰਜਾਬ ਦੀ ਨਹੀਂ ਗੱਲ ਕਰ ਰਿਹਾ, ਪੂਰੇ ਦੇਸ਼ ਦਾ ਹੀ ਬੇੜਾ ਗਰਕ ਕਰ ਦਿੱਤਾ ਹੈ। ਕਹਿਣ ਨੂੰ ਤੇ ਦੇਖੋ ਇਹ ਕਿਹਾ ਜਾ ਰਿਹਾ ਵੀ
ਆਉਂਦਿਆਂ ਕੁਝ ਸਾਲਾਂ ਦੇ ਵਿੱਚ ਅਸੀਂ ਦੇਸ਼ ਜਿਹੜਾ ਸਾਡਾ ਇੰਡੀਆ ਹੈ ਉਹ ਨੰਬਰ 1 ਹੋ ਜਾਏਗਾ ਵਰਲਡ 'ਚ। ਪਰ ਉਹ ਨੰਬਰ 1 ਕਾਹਦੇ 'ਚ ਹੋਏਗਾ ਤੁਹਾਨੂੰ ਪਤਾ ਹੈ? ਪਾਪੂਲੇਸ਼ਨ 'ਚ, ਜਨਸੰਖਿਆ 'ਚ ਅਸੀਂ 135 ਕਰੋੜ ਆ। ਆਉਂਦਿਆਂ ਵਾਲੇ ਕੁਝ ਸਾਲਾਂ ਦੇ ਵਿੱਚ ਹੀ ਅਸੀਂ ਚੀਨ ਨੂੰ ਪਾਰ ਕਰ ਜਾਾਂਗੇ। ਪਰ ਚੀਨ ਨੇ ਤੇ ਆਪਣੀ ਜਿੰਨੀ ਵੀ ਪਾਪੂਲੇਸ਼ਨ ਸੀ ਉਹਨੂੰ ਯੂਟਿਲਾਈਜ਼ ਕੀਤਾ, ਉਹਦਾ ਯੂਜ਼ ਕੀਤਾ, ਯੂਥ ਨੂੰ ਕੰਮਕਾਰ ਦਿੱਤਾ। ਇੱਥੇ ਕੰਮ ਹੀ ਨਹੀਂ ਹੈ, ਯੂਥ ਕਰੇ ਤੇ ਕਰੇਗੀ, ਬੇਰੋਜ਼ਗਾਰ ਹੈ। ਕੋਰੋਨਾ ਕਾਲ 'ਚ ਤੁਸੀਂ ਦੇਖਿਆ ਨਹੀਂ ਕਿੱਦਾਂ ਲੋਕ ਪੈਦਲ ਜਾਂਦੇ ਰਹੇ ਆਪਣੇ ਘਰਾਂ ਦੇ ਵਿੱਚ, ਕਿੰਨੇ ਲੋਕ ਬੇਰੋਜ਼ਗਾਰ ਹੋ ਗਏ, ਕਿੰਨੇ ਲੋਕਾਂ ਦੀ ਨੌਕਰੀ ਖੋ ਗਈ। ਇਸ ਕਰਕੇ ਲੋਕਾਂ ਨੂੰ ਇਹ ਨਹੀਂ ਦੇਖਣਾ, ਨਾ ਧਰਮ ਦੇ ਨਾਂ ਤੇ ਵੋਟ ਪਾਓ, ਨਾ ਆਪਣਾ ਵੋਟ ਵੇਚੋ, ਨਾ ਕਿਸੇ ਲਾਲਚ 'ਚ ਵੋਟ ਪਾਓ। ਤੁਸੀਂ ਅੱਜ 5000 ਰੁਪਇਆ ਲੈ ਕੇ ਵੋਟ ਪਾ ਦੋਗੇ ਤੇ ਤੁਹਾਡੀਆਂ ਨਸਲਾਂ ਬਰਬਾਦ ਹੋ ਰਹੀਆਂ। ਤੁਸੀਂ ਆਪਣੀਆਂ ਨਸਲਾਂ ਨੂੰ ਬਰਬਾਦ ਕਰਨ ਦੇ ਵੱਲ ਧਕੇਲ ਰਹੇ ਹੋ। ਇਸ ਕਰਕੇ ਵੋਟ ਜ਼ਰੂਰ ਪਾਓ। ਗੱਲ ਉੱਥੇ ਹੀ ਹੈ। ਇਹ ਲੀਡਰ ਕਦੀ ਤੁਹਾਨੂੰ ਮਿਲੇ? ਅੱਜ ਉਹ ਲੀਡਰ ਜਿਹੜੇ ਵੱਡੇ ਵੱਡੇ ਚਿਹਰੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਭਾਵੇਂ ਕੋਈ ਵੀ ਪਾਰਟੀ ਹੋਵੇ, ਘਰ ਘਰ ਜਾ ਰਹੇ ਨੇ ਤੇ ਉਹਨੇ ਤੁਹਾਨੂੰ ਦੱਸਿਆ ਵੀ ਤਾਸ਼ ਖੇਡੀ ਜਾ ਰਹੀ ਹੈ, ਕੋਈ ਚਾਹ ਪੀ ਰਿਹਾ ਹੈ ਮੰਜੇ ਤੇ ਬਹਿ ਕੇ ਉਹਨਾਂ ਦੇ ਨਾਲ, ਲੋਕਾਂ ਦੇ ਨਾਲ, ਤੇ ਕੋਈ ਨੱਚ ਗਾ ਰਿਹਾ ਕਿਤੇ, ਕੋਈ ਕਿਸੇ ਨੂੰ ਸ਼ਗਨ ਫੜਾ ਰਿਹਾ, ਕੋਈ ਕਿਸੇ ਨੂੰ ਹੱਥ ਜੋੜ ਰਿਹਾ। ਇਹ ਵੋਟ ਦੀ ਤਾਕਤ ਹੈ ਜਨਤਾ ਦੀ। ਇਸ ਕਰਕੇ ਆਪਣੇ ਵੋਟ ਦੀ ਤਾਕਤ ਨੂੰ ਪਛਾਣੋ ਤੇ ਵੋਟ ਪਾਣ ਜ਼ਰੂਰ ਜਾਓ। ਕਿਉਂਕਿ ਜੇ ਤੁਸੀਂ ਇੱਕ ਬੰਦਾ ਵੋਟ ਨਹੀਂ ਪਾਣ ਜਾਂਦਾ ਉਹਦੇ ਨਾਲ ਫਰਕ ਕੋਈ ਨਹੀਂ ਪੈਂਦਾ, ਪਰ ਇੱਕ ਇੱਕ ਕਰਕੇ ਹੀ ਕਈ ਹਜ਼ਾਰ ਹੋ ਜਾਂਦੇ ਨੇ ਜਿਹੜੇ ਲੋਕ ਵੋਟ ਨਹੀਂ ਪਾਉਂਦੇ ਜੀ। ਤੇ ਜਿਹਨੂੰ ਤੁਸੀਂ ਮੰਨ ਲਓ ਤੇ ਲੀਡਰ ਨੂੰ ਜੇ 100 ਲੋਕਾਂ ਨੇ ਵੋਟ ਪਾਈ ਤੇ ਉਹ ਤੇ ਜਿੱਤ ਕੇ ਆ ਹੀ ਜਾਣਾ, ਭਾਵੇਂ ਤੁਹਾਡੀ ਪਸੰਦ ਦਾ ਹੋਵੇ ਜਾਂ ਨਾ ਹੋਵੇ। ਫਿਰ ਤੁਹਾਨੂੰ ਪਛਤਾਣਾ ਨਾ ਪਏ। ਵੋਟ ਦਾ ਇਸਤੇਮਾਲ ਜ਼ਰੂਰ ਕਰੋ। ਪਾਰਟੀਆਂ ਵੱਲੋਂ ਜਿਵੇਂ ਕਿ ਸਟੇਜਾਂ ਤੋਂ ਐਲਾਨ ਕੀਤੇ ਜਾ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰਲੋਭਨ ਜਿਨ੍ਹਾਂ ਨੂੰ ਕਿਹਾ ਜਾ ਰਿਹਾ, ਲੋਕਾਂ ਨੂੰ ਲੁਭਾਵਣੇ ਵਾਅਦੇ ਕੀਤੇ ਜਾ ਰਹੇ ਨੇ, ਇਹ ਲਾਲਚ ਵੀ ਦਿੱਤਾ ਜਾ ਰਿਹਾ ਕਿ ਅਸੀਂ ਸੱਤਾ ਚਾਹਾਂਗੇ ਤੇ ਇਹ ਦੇਵਾਂਗੇ, ਸੱਤਾ ਚਾਹਾਂਗੇ ਕੁਛ, ਮਤਲਬ ਤਰ੍ਹਾਂ ਦੇ ਲੋਕਾਂ ਨੂੰ ਪ੍ਰਲੋਭਨ ਦਿੱਤੇ ਜਾ ਰਹੇ ਨੇ। ਉਹ ਕਿੱਥੋਂ ਤੱਕ ਸਹੀ ਨੇ? ਲਾਲਚ ਦੇਣਾ, ਮੇਰਾ ਕਹਿਣ ਦਾ ਸਿੱਧਾ ਹਿਸਾਬ ਹੈ ਕਿ ਲਾਲਚ ਦੇਣਾ ਵੋਟਰਾਂ ਨੂੰ ਕਿੱਥੋਂ ਤੱਕ ਸਹੀ ਹੈ? ਦੇਖੋ, ਮੈਂ ਹੁਣੇ ਕਹਿ ਕੇ ਹਟਿਆ ਕਿ ਪਹਿਲੇ ਤੇ ਲੋਕ ਵੋਟ ਵੇਚਣ ਨਾ, ਪਹਿਲੇ ਸੂਟ ਵੰਡੇ ਜਾਂਦੇ ਸੀ, ਸ਼ਰਾਬ ਵੰਡੀ ਜਾਂਦੀ ਸੀ। ਹੁਣ ਤਾਂ ਸਟੇਜਾਂ ਤੋਂ ਸ਼ਰੇਆਮ ਜਿਹੜੀਆਂ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਵੀ ਅਸੀਂ ਜਿੱਤ ਗਏ ਤੇ ਹਰ ਲੇਡੀ ਦੇ ਖਾਤੇ 'ਚ 1,000 ਰੁਪਇਆ ਪਾਇਆ ਜਾਏਗਾ। ਕੋਈ ਕਹਿੰਦਾ ਮੈਂ ਹਰ ਲੀਡ ਨੂੰ 2-2 ਹਜ਼ਾਰ ਦਿਆਂਗਾ। ਤੁਸੀਂ ਦੇਖਿਆ ਹੋਣਾ ਵੀ ਹਕੀਕਤ ਦੇ ਅੱਗੇ ਸੁਪਨੇ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੁਪਨਿਆਂ ਵਿੱਚ ਮਤਲਬ ਲੋਕਾਂ ਨੂੰ ਇੱਕ ਮੂਰਖ ਪੇਰ ਬਣਾਇਆ ਜਾ ਰਿਹਾ ਹੈ, ਸਮਝਬਾਗ ਦਿਖਾਇਆ ਜਾ ਰਿਹਾ। ਪਹਿਲੇ ਕਿੰਨਿਆਂ ਨੂੰ ਸਮਾਰਟਫੋਨ ਮਿਲੇ, ਕਿੰਨਿਆਂ ਨੂੰ ਲੈਪਟਾਪ ਮਿਲੇ। ਹੁਣ ਦੇਖੋ ਬਹੁਤ ਸਾਰੀ ਪਾਰਟੀਆਂ ਇਹ ਕਹਿ ਰਹੀਆਂ ਵੀ ਅਸੀਂ ਸਮਾਰਟਫੋਨ ਦੇਾਂਗੇ। ਮੈਂ ਹੋਰ ਰਾਜਾਂ ਦੀ ਵੀ ਗੱਲ ਕਰ ਰਿਹਾ। ਕਈ ਕਹਿ ਰਹੀਆਂ ਵੀ ਅਸੀਂ ਮੁਫਤ ਬਿਜਲੀ ਦੇਾਂਗੇ, ਕਈ ਇਹ ਕਿਹਾ ਜਾ ਰਿਹਾ ਹੈ। ਪਰ ਅਸਲ ਮੁੱਦੇ ਬਿਜਲੀ ਮਿਲੂਗੀ, ਕਈ ਥਾਵਾਂ ਐਸੀਆਂ ਬਿਜਲੀ ਨਹੀਂ ਆਂਦੀ, ਪਾਣੀ ਪੀਣ ਨੂੰ ਨਹੀਂ ਹੈ, ਸੜਕਾਂ ਚੱਲਣ ਨੂੰ ਨਹੀਂ ਹੈ। ਤੁਹਾਨੂੰ ਪਤਾ ਹੈ ਤੁਸੀਂ ਇੱਕ ਗੱਡੀ ਖਰੀਦਦੇ ਹੋ ਕੋਈ 10 ਲੱਖ ਰੁਪਏ ਦੀ, ਤੁਹਾਨੂੰ ਰੋਡ ਟੈਕਸ ਦੇਣਾ ਪੈਂਦਾ ਉਹਦੇ ਤੇ ਇਹਨਾਂ ਨੇ ਸੜਕਾਂ ਵੇਚਤੀਆਂ, ਟੋਲ ਟੈਕਸ ਵੀ ਦਿਓ। ਫਿਰ ਟੋਲ ਟੈਕਸ ਲੈਣਾ ਤੇ ਰੋਡ ਟੈਕਸ ਕਿਉਂ ਲੈਂਦੇ ਹੋ? ਜਦੋਂ ਇੱਕ ਬੰਦੇ ਨੇ ਇੱਕ ਗੱਡੀ ਚਲਾਉਣ ਦਾ ਲੱਖ ਰੁਪਇਆ ਤੁਹਾਨੂੰ ਟੈਕਸ ਦੇਤਾ ਸਰਕਾਰ ਨੂੰ, ਤੇ ਫਿਰ ਦੂਜੇ ਟੈਕਸ ਕਿਉਂ? ਮਤਲਬ ਜੋ ਮਰਜ਼ੀ ਕਰੋ, ਸਰਕਾਰਾਂ ਕਰਨ, ਬੰਦੇ ਦੇ ਉੱਤੇ ਲਾਈ ਜਾਣ, ਪਰ ਪਹਿਲੇ ਇਹ ਪ੍ਰਲੋਭਨ ਦਿੰਦੀਆਂ, ਫਿਰ ਲਿਆਣਾ ਕਿੱਥੋਂ ਹੈ? ਅਲਟੀਮੇਟਲੀ ਕੁਝ ਮੁਫਤ ਨਹੀਂ ਆਉਂਦਾ ਇਹਦੇ ਵਿੱਚ, ਇਸ ਦੁਨੀਆ ਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਉਹਦੇ ਲਈ। ਇਹ ਜੇ ਪਾਰਟੀਆਂ ਆਂਦੀਆਂ ਤੁਹਾਨੂੰ ਪ੍ਰਲੋਭਨ ਦਿੰਦੀਆਂ ਪਈਆਂ, ਜਿਵੇਂ ਲਾਲਚ ਦਿੰਦੀਆਂ ਪਈਆਂ, ਜਿਵੇਂ ਮੈਂ ਤੁਹਾਨੂੰ ਕਿਹਾ, ਉਹਦੇ ਨਾਲ ਤੁਹਾਡੇ ਜੀਵਨ ਦੇ ਵਿੱਚ, ਆਮ ਬੰਦੇ ਦੇ ਜੀਵਨ 'ਚ ਕੋਈ ਸੁਧਾਰ ਨਹੀਂ ਹੋਣਾ, ਨਾ ਹੋਣ ਵਾਲਾ। ਇਹ ਲੋਕਾਂ ਨੂੰ ਸੋਚਣਾ ਪਏਗਾ। ਕਿੰਨੇ ਦਿਨ 1,000 ਰੁਪਇਆ ਖਾ ਲੋਗੇ? ਆਪਣੇ ਬੱਚਿਆਂ ਦਾ ਭਵਿੱਖ ਤੁਸੀਂ ਕੀ ਸੋਚਿਆ? ਕਿੰਨੇ ਦਿਨ ਚਲਾ ਲੋਗੇ ਤੁਸੀਂ 2,000 ਰੁਪਏ ਦੇ ਨਾਲ? ਸੋ ਮੇਰੇ ਕਹਿਣ ਦਾ ਮਤਲਬ ਹੈ ਬੇਸਿਕ ਫੈਸਿਲਿਟੀਜ਼। ਅੱਜ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਘਰਾਂ 'ਚ ਪੀਣ ਨੂੰ ਆਉਂਦਾ, ਲੋਕੀ ਉਹਦੇ ਬਿਮਾਰ ਹੁੰਦੇ ਪੀਣ ਨਾਲ, ਫਿਰ ਬਿਮਾਰ ਹੋ ਕੇ ਆਪਣਾ ਇਲਾਜ ਕਰਾਉਣ ਜਾਂਦੇ। ਇਲਾਜ ਕਰਾਉਣ ਤੁਹਾਨੂੰ ਕੌਣ ਨਹੀਂ ਜਾਣਦਾ, ਹਰ ਸਾਲ ਕਦੀ ਡੇਂਗੂ ਆ ਜਾਂਦਾ, ਕਦੀ ਮਲੇਰੀਆ ਆ ਜਾਂਦਾ, ਕਦੀ ਚਿਕਨਗੁਨੀਆ ਆ ਜਾਂਦਾ, ਕਦੀ ਪੀਲੀਆ ਆ ਜਾਂਦਾ, ਕਦੀ ਟਾਈਫਾਈਡ ਆ ਜਾਂਦਾ। ਇਹ ਸਾਰੀਆਂ ਬਿਮਾਰੀਆਂ ਦੀ ਜਿਹੜੀ ਜੜ ਇਹ ਆ ਕਿ ਸਾਫ਼ ਸੁੱਚਤਾ ਨਹੀਂ ਹੈ। ਲੀਡਰਾਂ ਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਰਹਿ ਗਿਆ, ਕਿਉਂਕਿ ਉਹਨਾਂ ਨੂੰ ਪਤਾ ਹੈ 5 ਸਾਲ ਅਸੀਂ ਕੁਝ ਨਹੀਂ ਕਰਨਾ, ਅਖੀਰਲੇ 2-3 ਮਹੀਨੇ ਜਾਵਾਂਗੇ, ਲੋਕਾਂ ਨੂੰ ਲਾਲਚ ਦਿਆਂਗੇ। ਕਿਉਂਕਿ ਇਹ ਵੀ ਦੇਖੋ, तमाम ਪਾਰਟੀਆਂ ਜਿਹੜੀਆਂ ਨਾ ਉਹ ਮੈਨੀਫੈਸਟੋ ਵੀ ਜਾਰੀ ਕਰਦੀਆਂ ਜਿਹੜੀਆਂ ਨਾ, ਉਹਨਾਂ ਲਈ ਆਮ ਬੰਦਾ ਮੈਂ ਉਹਨੂੰ ਕਹਿ ਰਿਹਾ, ਮਿਡਿਓਕਰ ਬੰਦਾ, ਜਿਹੜਾ ਮਿਡਲ ਕਲਾਸ ਫੈਮਿਲੀ ਟੈਕਸ ਦਿੰਦੀ ਹੈ। ਇਹ ਤੇ ਆંકੜੇ ਨੇ ਵੀ ਹਿੰਦੁਸਤਾਨ ਦੀ 135 ਕਰੋੜ ਜਨਤਾ ਹੈ ਤੇ ਟੈਕਸ ਦੇਣ ਵਾਲੇ ਕੋਈ 3.5-4 ਕਰੋੜ ਬੰਦੇ ਹੈ। ਉਹਨਾਂ ਨਾਲ ਕੋਈ ਮਤਲਬ ਨਹੀਂ ਹੈ।
ਵੋਟ, ਕਿਉਂਕਿ ਉਹ ਵੋਟ ਬੈਂਕ ਨਹੀਂ ਹੈ, ਉਹਨਾਂ ਨੂੰ ਕੋਈ ਸਰਕਾਰਾਂ ਨੂੰ ਫਰਕ ਨਹੀਂ ਪੈਂਦਾ ਇਹ ਲੋਕ ਕਿੱਧਰ ਜਾਂਦੇ ਆ, ਕਿਉਂਕਿ ਅਸੀਂ ਇਕਜੁੱਟ ਹੀ ਨਹੀਂ ਗਏ। ਕੋਈ ਧਰਮ ਦੇ ਨਾਂ ਤੇ ਵੰਡਿਆ, ਕੋਈ ਜਾਤੀ ਦੇ ਆਧਾਰ ਤੇ ਵੰਡਿਆ, ਕੋਈ ਉੱਚ ਨੀਚ ਦੇ ਆਧਾਰ ਤੇ ਵੰਡਿਆ, ਸਾਰੇ ਵੰਡੇ ਹੋਏ ਆ। ਕੋਈ ਇਹ ਸੋਚ ਰਿਹਾ ਮੈਂ ਟੌਪ ਤੇ ਬੈਠਾ, ਮਿਡਲ ਕਲਾਸ ਦੇ ਵਿੱਚ ਵੀ ਜਿਹੜੀ ਹੈ ਨਾ ਉਹ ਕਲਾਸਿਸ ਹੈ, ਕੋਈ ਉੱਪਰ ਬੈਠਾ, ਕੋਈ ਲੋ ਮਿਡਲ ਕਲਾਸ ਫੈਮਿਲੀ ਹੈ, ਕੋਈ ਬਿਲਕੁਲ ਹੀ ਥੱਲੇ ਹੈ। ਇਸ ਕਰਕੇ ਆਪਣਾ ਲੋਕ ਇਹ ਜਿਹੜੀ ਮੁਫਤਖੋਰੀ ਦੀ ਰਾਜਨੀਤੀ ਹੈ, ਮੈਂ ਪਹਿਲੇ ਵੀ ਕਈ ਵਾਰੀ ਕਿਹਾ, ਇਹਦੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਕੋਈ ਸੁਧਾਰ ਨਹੀਂ ਹੋਣਾ। ਤੁਹਾਨੂੰ ਸੁਪਨੇ ਜ਼ਰੂਰ ਦਿਖਾਏ ਜਾ ਸਕਦੇ ਨੇ, ਉਹੀ ਪਾਰਟੀਆਂ ਦਿਖਾ ਰਹੀਆਂ, ਤੇ ਅਸੀਂ ਲੋਕ ਸੁਪਨੇ ਦੇਖ ਕੇ ਹੀ ਉਹਨਾਂ ਦੇ ਬਹਿਕਾਵੇ 'ਚ ਆਉਂਦੇ ਆ ਤੇ ਵੋਟ ਪਾਉਂਦੇ ਆ। ਆਉਂਦੀ 14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਪੰਜਾਬ ਦਾ ਦੌਰਾ ਕਰਨ ਆ ਰਹੇ ਨੇ। ਪਿਛਲੀ ਵਾਰ ਉਹ ਫਿਰੋਜ਼ਪੁਰ ਆਏ ਸਨ ਤੇ ਉਹਨਾਂ ਵੱਲੋਂ 에ਅਰਪੋਰਟ ਤੇ ਜਾ ਕੇ ਇਹ ਕਹਿਣਾ ਕਿ ਮੈਂ ਪੰਜਾਬ ਦੇ ਸੀਐਮ ਨੂੰ ਇਹ ਕਹਿਣਾ ਕਿ ਉਹਨਾਂ ਨੂੰ ਜਾ ਕੇ ਸੁਨੇਹਾ ਲਾ ਦਿਓ ਕਿ ਮੈਂ ਜਿੰਦਾ ਵਾਪਸ ਆ ਗਿਆ। ਉਹਨੂੰ ਤੁਸੀਂ ਇੱਕ ਵਾਰ ਫਿਰ ਆਉਣਾ ਉਹਨਾਂ ਨੇ, ਤੇ ਕਿਵੇਂ ਦੇਖਦੇ ਹੋ ਇਹ ਸਭ? ਦੇਖੋ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦੋਂ ਇਸ ਤਰ੍ਹਾਂ ਵਿਰੋਧ ਹੋਣਾ ਪੰਜਾਬ ਲਈ ਬਹੁਤ ਘਾਤਕ ਸੀਗਾ। ਦੇਖੋ ਮੋਦੀ ਸਾਹਿਬ ਉਦੋਂ ਆਂਦੇ, ਉਹਨਾਂ ਨੇ ਉਦੋਂ ਕਿਹਾ ਜਾ ਰਿਹਾ ਸੀ ਕਿ 45,000 ਕਰੋੜ ਦੀਆਂ ਘੋਸ਼ਣਾਵਾਂ ਉਹਨਾਂ ਨੇ ਕਰਨੀਆਂ ਸੀ। ਉਹਦੇ ਨਾਲ ਫਾਇਦਾ ਕਿਹਨੂੰ ਹੋਣਾ ਸੀ? ਕੋਈ ਯੂਪੀ ਵਾਲਿਆਂ ਨੂੰ ਤਾਂ ਫਾਇਦਾ ਹੋਣਾ ਨਹੀਂ, ਫਾਇਦਾ ਤਾਂ ਪੰਜਾਬੀਆਂ ਨੂੰ ਹੋਣਾ ਸੀ ਨਾ। ਬੇਰੋਜ਼ਗਾਰੀ ਹੈ, ਅਸੀਂ ਇੱਕ ਪਾਸੇ ਰੋਂਦੇ ਹਾਂ, ਸਾਡੇ ਕੋਲ ਕੰਮ ਨਹੀਂ ਹੈਗਾ, ਸਾਡੇ ਬੱਚਿਆਂ ਕੋਲ ਬੇਰੋਜ਼ਗਾਰੀ ਦੂਰ ਹੋਣੀ ਸੀ ਉਹਦੇ ਨਾਲ। ਹੋਰ ਵੀ ਕਈ ਚੀਜ਼ਾਂ ਸੀ ਜਿਹਦੇ ਨਾਲ ਪ੍ਰਧਾਨ ਮੰਤਰੀ ਨੇ ਘੋਸ਼ਣਾਵਾਂ ਕਰਨੀਆਂ ਸੀ। ਜਦੋਂ ਉਹ ਆਉਂਦੇ ਤੇ ਕੁਝ ਦੇ ਕੇ ਜਾਂਦੇ। ਨਾਲੇ ਇਹ ਕਿ ਉਹਨਾਂ ਦਾ ਦੌਰਾ ਇਸ ਕਰਕੇ ਵੀ ਅਹਿਮ ਸੀਗਾ ਕਿਉਂਕਿ ਬਹੁਤ ਪਹਿਲੀ ਵਾਰੀ ਹੋ ਰਿਹਾ ਹੈ ਕਿ ਬੀਜੇਪੀ ਪੰਜਾਬ 'ਚ ਆਪਣੇ ਦਮ ਤੇ ਸੀਟਾਂ ਲੜ ਰਹੀ ਹੈ। ਹਾਲਾਂਕਿ ਉਹਨਾਂ ਨੇ ਗਠਬੰਧਨ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਔਰ ਸੁਖਦੇਵ ਢੀਂਡਸਾ ਦੀ ਪਾਰਟੀ ਦੇ ਨਾਲ, ਜਿਹੜੇ ਟਕਸਾਲੀ ਅਕਾਲੀ ਕਹੇ ਜਾਂਦੇ ਨੇ, ਪਰ ਬੀਜੇਪੀ ਉਹਦੇ 'ਚ ਬਹੁਤ ਵੱਡੀ ਪਾਰਟੀ ਉੱਭਰ ਕੇ ਆ ਰਹੀ। ਪਹਿਲੇ ਚੋਣਾਂ ਲੜਦੇ ਸੀ ਸਿਰਫ 23 ਸੀਟਾਂ ਤੇ, ਐਤਕੀ ਲੜ ਰਹੇ ਨੇ ਉਹ 65 ਤੋਂ ਜ਼ਿਆਦਾ ਸੀਟਾਂ ਤੇ। ਇਸ ਕਰਕੇ ਉਹ ਬੜਾ ਦੁਰਭਾਗਿਆ ਸੀ ਪੰਜਾਬ ਦਾ। ਹੁਣ ਆ ਰਹੇ ਨੇ, ਦੇਖੋ ਸਵਾਗਤ ਕਰਨਾ ਚਾਹੀਦਾ ਉਹਨਾਂ ਦਾ। ਉਹ ਪੰਜਾਬ 'ਚ ਉਹਨਾਂ ਨੇ ਦੇਖੋ ਇੱਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਵੀ ਕਿਹਾ ਵੀ ਪੰਜਾਬ ਨੂੰ ਵੀਰਾਂ ਦੀ ਧਰਤੀ ਕਿਹਾ ਉਹਨਾਂ ਨੇ ਦੱਸਿਆ, ਇੱਕ ਸਾਂਝਾ ਵੀ ਕੀਤਾ ਉਹਨਾਂ ਨੇ, ਜਿਹੜੇ ਪੁਰਾਣੇ ਜਿਹੜੀਆਂ ਉਹਨਾਂ ਨੇ ਕੁਝ ਚੀਜ਼ਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਦਾ ਇਹ ਕਹਿੰਦੇ ਦੇਖੋ ਆ ਰਹੇ ਨੇ, ਇੱਕ ਤੇ ਇਹ ਆਣਗੇ ਤੇ ਹੁਣ ਘੋਸ਼ਣਾ ਤੇ ਕੋਈ ਕਰ ਨਹੀਂ ਸਕਦੇ ਕਿਉਂਕਿ ਕੋਡ ਆਫ ਕੰਡਕਟ ਲੱਗਾ ਹੈ, ਪਰ ਪੰਜਾਬੀ ਇਹ ਆਸ ਕਰ ਸਕਦਾ ਹੈ ਕਿ ਉਹਨਾਂ ਦੇ ਆਉਣ ਦਾ ਫਾਇਦਾ ਹੋਊਗਾ। ਕਿਉਂਕਿ ਇੱਕ ਪਾਸੇ ਜਿਵੇਂ ਕਿਸਾਨ ਲਗਾਤਾਰ ਪਹਿਲੇ ਵਿਰੋਧ ਕਰਦੇ ਰਹੇ, 700 ਕਿੰਨੇ ਕਿਸਾਨ ਸ਼ਹੀਦ ਹੋ ਗਏ, ਕਿਸਾਨ ਹਜੇ ਵੀ ਉਹਨਾਂ ਦਾ ਇਸ ਕਰਕੇ ਵਿਰੋਧ ਕਰ ਰਹੇ ਨੇ। ਕੋਈ ਪਾਰਟੀਆਂ ਵੀ ਇਹ ਵਿਰੋਧ ਕਰ ਰਹੀਆਂ ਕਿ ਜਿਹੜੇ ਵਾਅਦੇ ਕੀਤੇ ਗਏ ਸੀਗੇ ਜਦੋਂ ਕਿਸਾਨੀ ਅੰਦੋਲਨ, ਜਦੋਂ ਤਿੰਨੇ ਕ੍ਰਿਸ਼ੀ ਕਾਨੂੰਨ ਖਤਮ ਹੋਏ, ਉਹ ਵਾਅਦੇ ਪੂਰੇ ਨਹੀਂ ਕੀਤੇ ਗਏ। ਦੇਖੋ ਇਹ तमाम ਗੱਲਾਂ ਨੇ, ਪਰ ਉਹਨਾਂ ਦੇ ਆਉਣ ਦਾ ਬੀਜੇਪੀ ਨੂੰ ਬਹੁਤ ਫਾਇਦਾ ਹੋਏਗਾ। ਉਹ ਆਉਣਗੇ ਤੇ ਇੱਕ ਨਵੀਂ ਜਿਹੜੀ ਹੈ ਜਾਨ ਫੂਕ ਦੇਣਗੇ ਬੀਜੇਪੀ ਦੇ ਕਾਰਜਕਰਤਾ ਦੇ ਅੰਦਰ। ਆਉਂਦੀਆਂ ਜਿਹੜੀਆਂ ਚੋਣਾਂ ਵਿੱਚ ਇਸ ਵਾਰ ਦਿਲਚਸਪ ਕੀ ਹੈ ਇਹਨਾਂ ਚੋਣਾਂ ਦੇ ਵਿੱਚ? ਦੇਖੋ ਸਭ ਤੋਂ ਜ਼ਿਆਦਾ ਦਿਲਚਸਪ ਤੇ ਹੈ ਵੀ ਤੁਸੀਂ ਦੇਖਿਆ ਵੀ ਸਾਰੀ ਪਾਰਟੀਆਂ ਕਿਸੇ ਇੱਕ ਪਾਰਟੀ ਦਾ ਨਾਂ ਨਹੀਂ ਲੈਂਦਾ। ਇੱਕ ਲੀਡਰ ਦੂਜੀ ਪਾਰਟੀ 'ਚ ਜਾ ਰਿਹਾ, ਦੂਜੀ ਦਾ ਇੱਧਰ ਆ ਰਿਹਾ, ਉਹਦਾ ਤੀਜੀ 'ਚ ਜਾ ਰਿਹਾ, ਤੀਜੀ ਦਾ ਚੌਥੀ 'ਚ ਜਾ ਰਿਹਾ, ਚੌਥੀ ਦਾ ਪਹਿਲੀ 'ਚ ਆ ਰਿਹਾ। ਕੋਈ ਪਾਰਟੀ ਐਸੀ ਨਹੀਂ ਹੈ ਜਿੱਥੇ ਕੋਈ ਬਾਹਰੋਂ ਲੀਡਰ ਨਹੀਂ ਆਇਆ। ਹੁਣ ਕੱਲ ਦੀ ਪ੍ਰੈਸ ਕਾਨਫਰੰਸ ਦੀ ਮੈਂ ਉਦਾਹਰਨ ਦੇਣਾ, ਸਾਡੇ ਐਮਪੀ ਨੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ, ਉਹਨਾਂ ਦੇ ਬ੍ਰਦਰ ਅਕਾਲੀ ਦਲ 'ਚ ਸ਼ਾਮਲ ਹੋਏ, ਜਿਨ੍ਹਾਂ ਨੇ ਕਿਹਾ ਵੀ ਕਾਂਗਰਸ 'ਚ ਟਿਕਟਾਂ 2 ਕਰੋੜ 4 ਕਰੋੜ 5 ਕਰੋੜ ਰੁਪਏ 'ਚ ਵੇਚੀਆਂ ਜਾ ਰਹੀਆਂ। ਮਤਲਬ ਇਹ ਲੀਡਰ ਕਹਿੰਦੇ ਤੇ ਹੈਗੇ ਵੀ ਅਸੀਂ ਸੱਤਾ ਲਈ ਸੇਵਾ ਲਈ ਆ ਰਹੇ ਹਾਂ, ਸੱਤਾ ਲਈ ਨਹੀਂ ਆ ਰਹੇ, ਪਰ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤੇ ਨਾਲ ਹੀ ਇਹਨਾਂ ਦੀਆਂ ਸਾਰੀਆਂ ਜਿਸ ਪਾਰਟੀ ਦੇ ਨਾਲ ਸਾਲਾਂ ਗੁਜ਼ਾਰੇ ਹੁੰਦੇ ਆ, ਜਿਹਦੀ ਵਿਚਾਰਧਾਰਾ ਨਾਲ ਇਹ ਜੁੜੇ ਹੁੰਦੇ ਨੇ, ਜਿਨ੍ਹਾਂ ਨਾਲ ਜਾ ਕੇ ਲੋਕਾਂ ਕੋਲ ਵੋਟ ਮੰਗਦੇ ਨੇ ਵੀ ਸਾਡੀ ਪਾਰਟੀ ਦੀ ਵਿਚਾਰਧਾਰਾ ਹੈ, ਪਰ ਜਦੋਂ ਉਹਨੂੰ ਟਿਕਟ ਨਹੀਂ ਮਿਲਦੀ ਤੇ ਵਿਚਾਰਧਾਰਾ ਉਹ ਬਦਲ ਜਾਂਦੀ। ਵਿਚਾਰਧਾਰਾ ਕਿੱਥੇ ਜਾਂਦੀ ਹੈ? ਹੁਣ ਜੇ ਅਸੀਂ ਕਹੀਏ ਕਿ ਇਸ ਵਿਧਾਨ ਸਭਾ ਚੁਣਾਵਾਂ 'ਚੋਂ ਆਪਣਿਆਂ ਕੋਲੋਂ ਹੀ ਆਪਣਿਆਂ ਨੂੰ ਚੁਣੌਤੀ ਹੈ। ਬਹੁਤ ਸਾਰੀਆਂ ਪਾਰਟੀਆਂ ਦੇਖੋ, ਕਿਤੇ ਭਰਾ ਦੇ ਭਰਾ ਸਾਹਮਣੇ ਭਰਾ ਖੜਾ ਹੈ, ਕਿਤੇ ਕੋਈ ਭਰਾ ਇਸ ਕਰਕੇ ਆਜ਼ਾਦ ਖਲੋ ਗਿਆ ਕਿਉਂਕਿ ਉਹਨੂੰ ਟਿਕਟ ਨਹੀਂ ਦਿੱਤੀ ਗਈ, ਕਿਸੇ ਮੰਤਰੀ ਦਾ ਮੁੰਡਾ ਖੜਾ ਹੈ। ਮਤਲਬ ਇਹ ਸਿਰਫ ਤੇ ਸਿਰਫ ਤੁਹਾਨੂੰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਆਪਣੇ ਲਈ ਲੜ ਰਹੇ ਨੇ, ਕਿਉਂਕਿ ਪਾਵਰ, ਸੱਤਾ ਦੀ ਪਾਵਰ ਇੰਨੀ ਜ਼ਿਆਦਾ, ਸਾਰਾ ਤੰਤਰ ਤੁਹਾਡੇ ਅੱਗੇ ਪਿੱਛੇ ਘੁੰਮਦਾ ਹੈ। ਤੁਸੀਂ ਦੇਖੋ ਇੱਕ ਐਮਐਲਏ ਨੂੰ ਕਿੰਨੀ ਸਿਕਿਉਰਿਟੀ ਹੈ, ਕਿੰਨੀਆਂ ਸੁਵਿਧਾਵਾਂ ਉਹਨਾਂ ਨੂੰ ਮਿਲਦੀਆਂ। ਮਤਲਬ ਇਹ ਸਭ ਤੋਂ ਦਿਲਚਸਪ ਹੈ। ਆਪੇ ਦੱਸੀ ਜਾਂਦੇ ਆ ਵੀ ਉਹ ਲੁੱਟ ਕੇ ਖਾ ਗਿਆ, ਫਲਾਣਾ ਲੁੱਟ ਕੇ ਖਾ ਗਿਆ, ਧਮਕਾਣੇ ਨੇ ਲੁੱਟ ਲਿਆ, ਧਮਕਾਣਾ ਉਹਦੇ ਕੋਲ ਕੁਝ ਖਾਣ ਨੂੰ ਨਹੀਂ ਹੈਗਾ ਤੇ ਹੁਣ ਉਹਨੇ ਆਪਣੀ ਸੱਤਾ ਪੁਸ਼ਤਾਂ ਲਈ
ਜੋੜ ਲਿਆ। ਇਹ ਵੀ ਕਿਹਾ ਜਾਂਦਾ ਰਿਹਾ ਵੀ ਪੈਸੇ ਤੋਂ ਬਿਨਾ ਕੰਮ ਕੋਈ ਨਹੀਂ ਹੁੰਦਾ। ਇਹ ਸਾਰੇ ਆਪੇ ਇੱਕ ਦੂਜੇ ਤੇ ਆਰੋਪ ਲਗਾਈ ਜਾਂਦੇ। ਇਹ ਬਹੁਤ ਦਿਲਚਸਪ ਜਿਹੜੀਆਂ ਇਸ ਵਾਰੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ। ਪਿਛਲੇ ਦਿਨੀ ਰਾਹੁਲ ਗਾਂਧੀ ਪੰਜਾਬ ਆਏ ਸਨ ਤੇ ਉਹਨਾਂ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਇੱਕ ਵਾਰ ਫੇਰ ਤੋਂ ਸੀਐਮ ਦਾ ਚਿਹਰਾ ਐਲਾਨਿਆ ਗਿਆ ਤੇ ਨਵਜੋਤ ਸਿੰਘ ਸਿੱਧੂ ਉਸ ਵੇਲੇ ਤੇ ਮਤਲਬ ਕਾਫੀ ਖੁਸ਼ ਸਨ, ਪਰ ਹੁਣ ਉਹਨਾਂ ਦੀ ਕਿਤੇ ਨਾ ਕਿਤੇ ਖਾਮੋਸ਼ ਨੇ। ਉਹ ਮਤਲਬ ਖੁੱਲ ਕੇ ਅੱਗੇ ਨਹੀਂ ਆ ਰਹੇ, ਉਹਨਾਂ ਵੱਲੋਂ ਖੁੱਲ ਕੇ ਪ੍ਰਚਾਰ ਵੀ ਨਹੀਂ ਕੀਤਾ ਜਾ ਰਿਹਾ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਚ ਆਏ, ਜਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਟਵਿੱਟਰ ਤੇ ਵਾਰ ਛੇੜੀ ਸੀ ਵੀ 4.5 ਸਾਲ ਮਿਲ ਕੇ ਚਲਾਇਆ ਜਾ ਰਿਹਾ ਹੈ ਸਾਰਾ ਸਿਸਟਮ, ਦੂਸਰੀ ਉਹਨਾਂ ਨੇ ਅਕਾਲੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਂਝ ਗੰਢ ਦੀ ਗੱਲ ਕੀਤੀ ਸੀਗੀ, ਕਾਫੀ ਚਰਚਾ ਛਿੜੀ। ਐਮਐਲਏ, ਉਹਨਾਂ ਨੂੰ ਕਈ ਮੰਤਰੀਆਂ ਦਾ ਵੀ ਸਪੋਰਟ ਮਿਲਿਆ। ਆਲਾ ਕਮਾਨ ਨੇ ਮੁੱਖ ਮੰਤਰੀ ਨੂੰ ਪਹਿਲੇ ਲਾਉਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਤਾ ਪ੍ਰਦੇਸ਼ ਦਾ। ਜੀ ਛੋਟੀ ਚੀਜ਼ ਨਹੀਂ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਚ ਆਇਆ ਅਜੇ 5 ਸਾਲ ਹੀ ਹੋਏ ਨੇ ਔਰ ਕਾਂਗਰਸ ਦਾ ਪ੍ਰਦੇਸ਼ ਅਧਿਕਸ਼ ਬਣਾਉਣਾ ਛੋਟੀ ਗੱਲ ਨਹੀਂ ਸੀ। ਪਰ ਨਵਜੋਤ ਸਿੰਘ ਸਿੱਧੂ ਦਾ ਜਿੱਦੀ ਜਿਹੜਾ ਰਵੱਈਆ ਹੈ, ਜਿੱਦੀ, ਹਾਲਾਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰੀ ਅਸਤੀਫਾ ਵੀ ਦਿੱਤਾ ਸੀ ਪ੍ਰਧਾਨਗੀ ਤੋਂ। ਉੱਤੇ ਇਹ ਮੈਸੇਜ ਗਿਆ, ਦੇਖੋ ਨਵਜੋਤ ਸਿੰਘ ਸਿੱਧੂ ਇੱਕ ਵਿਅਕਤੀ, ਠੀਕ ਹੈ, ਉਹ ਉਹਨਾਂ ਦੀ ਛਵੀ ਸਾਫ਼ ਸੁਥਰੀ ਹੈ, ਬੇਦਾਗ ਨੇਤਾ ਨੇ। ਉਹਨਾਂ ਨੇ ਇਹ ਦੱਸਿਆ ਵੀ ਕਿਸ ਤਰ੍ਹਾਂ ਚੋਰੀ ਹੁੰਦੀ ਹੈ, ਕਿਸ ਤਰ੍ਹਾਂ 75-25 ਦਾ ਖੇਲ ਹੋ ਰਿਹਾ ਹੈ। ਪਰ ਇਹਦੇ ਨਾਲ ਨਾਲ ਪਾਰਟੀਆਂ, ਜਿਨ੍ਹਾਂ ਨੇ ਪਾਰਟੀਆਂ ਚਲਾਉਣੀਆਂ, ਉਹਨਾਂ ਨੂੰ ਫੰਡ ਚਾਹੀਦਾ ਹੈ। ਕੌਣ ਫੰਡ ਜ਼ਿਆਦਾ ਇਕੱਠਾ ਕਰੇਗਾ, ਇਹਦੇ ਨਾਲ ਨਾਲ ਹੋਰ ਕਈ ਚੀਜ਼ਾਂ ਦੇਖਣੀਆਂ। ਇਹਨਾਂ ਨੇ ਆਪਣੀ ਛਵੀ ਬਣਾ ਲਈ ਸੀ, ਇੱਕ ਜ਼ਿੱਦੀ ਨੇਤਾ ਦੀ ਛਵੀ ਬਣ ਗਈ ਸੀ ਇਹਨਾਂ ਦੀ। ਮਤਲਬ ਇਹ ਕਿਹਾ ਜਾਵੇ ਨਵਜੋਤ ਸਿੰਘ ਸਿੱਧੂ ਅਰਸ਼ ਤੋਂ ਫਰਸ਼ ਤੇ ਆ ਗਏ ਹੈ, ਕੋਈ ਗਲਤ ਨਹੀਂ ਹੋਏਗਾ। ਤੁਹਾਨੂੰ ਯਾਦ, ਬਾਰ-ਬਾਰ ਨਵਜੋਤ ਸਿੰਘ ਸਿੱਧੂ ਇੱਕੋ ਗੱਲ ਕਹਿੰਦੇ ਸੀ ਵੀ ਬਰਾਤ ਤੋਂ ਪਹਿਲੇ ਇਹ ਘੋਸ਼ਿਤ ਹੋਣਾ ਚਾਹੀਦਾ ਵੀ ਦੂल्हा ਕੌਣ ਹੋਏਗਾ। ਹਾਲਾਂਕਿ ਆਲਾ ਕਮਾਨ ਇਹ ਫੈਸਲਾ ਕਰਨ ਨੂੰ ਤਿਆਰ ਨਹੀਂ ਸੀ, ਘੋਸ਼ਣਾ ਕਰਨ ਨੂੰ ਤਿਆਰ ਨਹੀਂ ਸੀ। ਪਰ ਜਦੋਂ ਰਾਹੁਲ ਗਾਂਧੀ ਇੱਥੇ ਆਏ, ਉਦੋਂ ਇੱਕ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਸਿੰਘ ਚੰਨੀ ਨੇ ਜਦੋਂ ਇਹ ਦਬਾਅ ਬਣਾਇਆ ਇਹਨਾਂ ਦੇ ਉੱਪਰ ਵੀ ਤੁਹਾਨੂੰ ਘੋਸ਼ਿਤ ਕਰਨਾ ਪਏਗਾ ਚਿਹਰਾ, ਤੇ ਫਿਰ ਉਹਨਾਂ ਕਿਹਾ ਵੀ ਠੀਕ ਹੈ, ਜਦੋਂ ਸਾਰੇ ਚਾਹੁੰਦੇ ਹੋ ਤੇ ਫਿਰ ਠੀਕ ਹੈ, ਮੈਂ ਘੋਸ਼ਿਤ ਕਰ ਦਿਆਂਗਾ। ਤੇ ਕਿਉਂਕਿ ਚਰਨਜੀਤ ਸਿੰਘ ਚੰਨੀ ਦਲਿਤ ਚਿਹਰਾ ਨੇ, ਦਲਿਤਾਂ ਦਾ ਵੋਟ ਬੈਂਕ ਬਹੁਤ ਵੱਡਾ ਹੈ। ਤੇ ਤੁਹਾਨੂੰ ਇਹ ਵੀ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਸੀ, ਇਹਦੀ ਗੱਲ ਤੇ ਸੁਨੀਲ ਜਾਖੜ ਉਹਨਾਂ ਨੇ ਵੀ ਕੀਤੀ ਸੀਗੀ। ਸੁਨੀਲ ਜਾਖੜ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ 42 ਵੋਟ ਪਏ ਸੀ ਪਰ ਇਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਨਵਜੋਤ ਸਿੰਘ ਸਿੱਧੂ ਨੂੰ 6 ਤੇ ਚਰਨਜੀਤ ਸਿੰਘ ਚੰਨੀ ਨੂੰ 2 ਵੋਟ ਪਏ ਸੀਗੇ ਸਿਰਫ। ਮਤਲਬ ਕਿਤੇ ਨਾ ਕਿਤੇ ਹੁਣ ਆਲਾ ਕਮਾਨ, ਕਿਉਂਕਿ ਜੇ ਪੰਜਾਬ ਕਾਂਗਰਸ ਦੇ ਹੱਥੋਂ ਨਿਕਲਦਾ ਹੈ ਤੇ ਕਾਂਗਰਸ ਦੀ ਬਹੁਤ ਵੱਡੀ ਹਾਰ ਹੋਏਗੀ, ਕਿਉਂਕਿ ਉਹ ਰਾਈਟ ਗਿਣੀਆਂ ਚੁਣੀਆਂ ਸਟੇਟਾਂ 'ਚ ਤੇ ਕਾਂਗਰਸ ਰਹਿ ਗਈ ਹੈ। ਪੰਜਾਬ ਜੇ ਦਿੱਲੀ ਜਾਣਾ ਹੈ ਤੇ ਉਹਦਾ ਰਸਤਾ ਪੰਜਾਬ ਤੋਂ ਹੋ ਕੇ ਜਾਂਦਾ ਹੈ। ਤੇ ਹੁਣ ਨਵਜੋਤ ਸਿੰਘ ਸਿੱਧੂ ਚੁੱਪ ਨੇ, ਉਹ ਫਿਰ ਕੱਲ ਵੀ ਵੈਸ਼ਨੋ ਦੇਵੀ ਮੱਥਾ ਟੇਕਣ ਗਏ, ਕਿਉਂਕਿ ਹੁਣ ਉਹਨਾਂ ਨੇ ਥੋੜੇ ਦਿਨ ਪਹਿਲੇ ਕਿਹਾ ਸੀ ਵੀ ਮੁੱਖ ਮੰਤਰੀ ਬਣਾਉਣ ਤੋਂ ਘੋਸ਼ਿਤ ਕਰਨ ਤੋਂ ਪਹਿਲੇ ਇਹ ਜ਼ਰੂਰੀ ਹੈ ਵੀ 60 ਐਮਐਲਏ ਕਿਹਦੇ ਹੋਣਗੇ, 60 ਐਮਐਲਏ ਕੌਣ ਜਿਤਾਏਗਾ। ਹੁਣ ਚਰਨਜੀਤ ਸਿੰਘ ਚੰਨੀ ਦੇਖੋ, ਜਦੋਂ ਦੇ ਉਹਨਾਂ ਨੂੰ ਘੋਸ਼ਣਾ ਕੀਤੀ ਕਿ ਉਹ ਬਹੁਤ ਖੁਸ਼ ਨੇ, ਫੁੱਲੇ ਨਹੀਂ ਸਮਾ ਰਹੇ, ਜਿੱਥੇ ਜਾਂਦੇ ਨੇ ਉਹ ਵੰਡ ਰਹੇ ਨੇ, ਮੰਤਰੀ ਪਦ ਵੰਡ ਰਹੇ ਨੇ। ਉਹ ਕੱਲ ਡੇਰਾ ਬਾਬਾ ਨਾਨਕ ਗਏ ਤੇ ਉੱਥੇ ਕਿਹਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਡਿਪਟੀ ਸੀਐਮ ਬਣਾਵਾਂਗਾ। ਇੱਕ ਹੋਰ ਗਏ ਖਡੂਰ ਸਾਹਿਬ ਹਲਕੇ 'ਚ, ਉੱਥੇ ਕਿਸੇ ਨੂੰ ਕਿਹਾ ਵੀ ਇਹ 2 ਵਾਰੀ ਪਹਿਲੇ ਐਮਐਲਏ ਜਿੱਤਿਆ, ਹੁਣ ਜਿਤਾ ਦਿਓ, ਮੈਂ ਮੰਤਰੀ ਬਣਾਵਾਂਗਾ। ਦੇਖੋ ਇਹ ਨਵਜੋਤ ਸਿੰਘ ਸਿੱਧੂ ਨੇ ਠੀਕ ਹੈ ਵੀ ਇਹ ਤਿਆਗ ਵੀ ਕੀਤਾ ਹੈ, ਉਹ ਮੰਤਰੀ ਹੁੰਦੇ ਸੈਂਟਰ ਦੇ ਵਿੱਚ, ਪੰਜਾਬ ਲਈ ਉਹਨਾਂ ਨੇ ਬਹੁਤ ਕੁਝ ਸਿਆ ਵੀ ਹੈ, ਪਰ ਪਾਰਟੀਆਂ ਬੜਾ ਕੁਝ ਦੇਖਦੀਆਂ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਜਿੱਦੀ ਤੇ ਅੜੀਅਲ ਰਵੱਈਆ, ਔਰ ਜਿਵੇਂ ਹੁਣ ਤੁਸੀਂ ਦੇਖੋ ਕਿ ਈਸਟ ਵਿਧਾਨ ਸਭਾ ਹਲਕੇ 'ਚ ਉਹਨਾਂ ਦੀ ਟੱਕਰ ਜਿਹੜੀ ਹੈ ਬਿਕਰਮ ਸਿੰਘ ਮਜੀਠੀਆ ਨਾਲ ਹੈ। ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ 'ਚ ਇਹ ਭਲੇ ਹੀ ਨਵਜੋਤ ਸਿੰਘ ਸਿੱਧੂ ਬਿਕਰਮ ਮਜੀਠੀਆ ਤੇ ਬਹੁਤ ਜਿਹੜੀਆਂ ਹਮਲੇ ਕਰਦੇ ਨੇ, ਪਰ ਨਵਜੋਤ ਸਿੰਘ ਸਿੱਧੂ ਨਾਲ ਲੋਕਾਂ ਦੀ ਇਹ ਸ਼ਿਕਾਇਤ ਹੈ ਮਿਲਦੇ ਨਹੀਂ, ਅਸੈਸੇਬਲ ਨਹੀਂ ਹੈ। ਜਦੋਂ ਲੋਕਾਂ ਨੂੰ ਜ਼ਰੂਰਤ ਹੈ ਕਿਸੇ ਸੁੱਖ ਦੁੱਖ 'ਚ ਸ਼ਾਮਲ ਨਹੀਂ ਹੁੰਦੇ। ਇਹ ਸਭ ਤੋਂ ਜਿਹੜੀ ਉਹਨਾਂ ਦੀ ਕਮੀ ਹੈ ਤੇ ਇਸ ਕਰਕੇ ਜਿਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ। ਚਰਨਜੀਤ ਚੰਨੀ ਨੂੰ ਜਿਹਨੂੰ ਗਰੀਬ ਕਹੇ ਜਾਣ ਤੇ ਵਿਰੋਧੀ ਪਾਰਟੀਆਂ ਵੱਲੋਂ ਕਾਫੀ ਤੰਜ ਕੱਸੇ ਜਾ ਰਹੇ ਨੇ ਕਿ ਕੁਝ ਇਲਜ਼ਾਮ ਲਗਾ ਰਹੇ ਨੇ ਕਿ ਇੰਨਾ ਪੈਸਾ ਇਹਨਾਂ ਕੋਲ ਕਿੱਥੋਂ ਆ ਗਿਆ। ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਹਰ ਇੱਕ ਪਾਰਟੀ ਜਦੋਂ ਵੀ ਕੋਈ ਪ੍ਰੈਸ ਕਾਨਫਰੰਸ ਜਾਂ ਕੁਝ ਵੀ ਕਰਦੀ, ਚੰਨੀ ਸਾਹਿਬ ਦਾ ਨਾਂ ਪਹਿਲਾਂ ਹੁੰਦਾ ਜੀ। ਦੇਖੋ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਪਣੇ ਆਪ ਨੂੰ ਆਮ ਆਦਮੀ
ਦੀ ਛਵੀ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦੇ ਇਹ ਕਿਹਾ ਗਿਆ ਕਿ ਉਹਨਾਂ ਦੀ 170 ਕਰੋੜ ਰੁਪਏ ਦੀ ਜਾਇਦਾਦ ਹੈ, ਜਿਹਨੂੰ ਲੈ ਕੇ ਬਹੁਤ ਸਵਾਲ ਉੱਠੇ। ਵਿਰੋਧੀਆਂ ਨੇ ਇਹ ਕਿਹਾ ਵੀ ਇਹੋ ਜਿਹਾ ਗਰੀਬ ਤੇ ਘਰ ਘਰ ਹੋਣਾ ਚਾਹੀਦਾ, ਪੂਰਾ ਪੰਜਾਬ ਹੋਣਾ ਚਾਹੀਦਾ ਜਿਹਦੇ ਕੋਲ 170 ਕਰੋੜ ਰੁਪਏ ਦੀ ਜਾਇਦਾਦ ਹੈ। ਪਰ ਚੰਨੀ ਸਾਹਿਬ ਨੇ ਉਹਨੂੰ ਕਰੈਕਟ ਕੀਤਾ ਬਾਅਦ ਚੋਂ ਵੀ ਮੇਰੇ ਕੋਲ 170 ਕਰੋੜ ਰੁਪਇਆ ਨਹੀਂ ਹੈਗਾ ਬਈ, ਮੈਂ 1.69 1 ਕਰੋੜ 69 ਲੱਖ ਰੁਪਏ ਦੀ ਜਿਹੜੀ ਹੈ ਉਹ ਦਿੱਤੇ ਹੈ, ਮੇਰੇ ਕੋਲ 1 ਕਰੋੜ 69 ਲੱਖ ਰੁਪਇਆ ਹੈ। ਪਰ ਬਹੁਤ ਸਾਰੇ ਪੰਜਾਬ ਐਸੇ ਲੋਕ ਨੇ ਜਿਹੜੇ ਕਹਿੰਦੇ ਵਾਹ ਜੀ 1 ਕਰੋੜ 69 ਲੱਖ ਰੁਪਏ ਵਾਲਾ ਬੰਦਾ ਗਰੀਬ ਆ, ਤੇ ਬਹੁਤ ਸਾਰੇ ਲੋਕ ਆ ਇਹੋ ਜਿਹੇ ਵੀ ਸਾਨੂੰ ਵੀ ਕਹਿੰਦੇ ਅਸੀਂ ਵੀ ਗਰੀਬ ਹੋਣਾ ਚਾਹੁੰਦੇ ਆ ਤੇ ਸਾਨੂੰ 1 ਕਰੋੜ 69 ਲੱਖ ਰੁਪਇਆ ਦੇ ਦਿਓ। ਤੇ ਇਹਨਾਂ ਦੀ ਸਭ ਤੋਂ ਇਹਦੇ ਨਾਲੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਨਾ ਜੀ, ਜਿਹੜਾ ਇਹਨਾਂ ਦੇ ਭਾਂਜੇ ਦੇ ਉੱਪਰ ਰੇਡ ਪਿਆ, ਜਿਹੜਾ 10 ਕਰੋੜ ਰੁਪਇਆ ਪਕੜਾ ਗਿਆ, ਹੁਣ ਰੌਲਾ ਪੈਂਦਾ ਪਿਆ 325 ਕਰੋੜ ਰੁਪਇਆ ਜਿਹੜਾ ਉਹਦੀ ਗੱਲ ਸਾਹਮਣੇ ਆ ਰਹੀ ਹੈ। ਕੁੱਲ ਮਿਲਾ ਕੇ ਇਹ ਇਸ ਕਰਕੇ ਇਹਨਾਂ ਦੀ ਜਿਹੜੀ ਹੈ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਜਿਹੜਾ ਹੈ ਉਹ ਹੈਗਾ। ਪਰ ਜਿਵੇਂ ਉਹ ਤੁਹਾਨੂੰ ਮੈਂ ਕਿਹਾ ਵੀ ਤਾਸ਼ ਵੀ ਖੇਡ ਰਹੇ ਨੇ, ਭੰਗੜੇ ਵੀ ਪਾ ਰਹੇ ਨੇ ਤੇ ਲੋਕਾਂ ਦੇ ਵਿਆਹਾਂ 'ਚ ਸ਼ਾਮਲ ਵੀ ਹੋ ਰਹੇ ਨੇ, ਇੱਕ ਸੰਦੇਸ਼ ਦੇ ਰਹੇ ਨੇ ਕਿ ਮੈਂ ਤੁਹਾਡੇ 'ਚੋਂ ਹੀ ਹਾਂ। ਕੱਲ ਬੱਚਿਆਂ ਨਾਲ ਉਹਨਾਂ ਨੇ ਕ੍ਰਿਕਟ ਵੀ ਖੇਡੀ ਹੈ, ਭਾਵੇਂ 5-7 ਬਾਲਾਂ 2-4 ਬਾਲਾਂ ਹੀ ਖੇਡੀਆਂ ਤੇ ਖੇਡੀਆਂ ਜ਼ਰੂਰ ਹੈ। ਉਹ ਦੱਸ ਰਹੇ ਨੇ, ਛਵੀ ਬਣਾ ਰਹੇ ਕਿ ਮੈਂ ਆਮ ਆਦਮੀ ਹਾਂ। ਕੀ ਪੰਜਾਬ 'ਚ ਕਦੇ ਸਮੱਸਿਆਵਾਂ ਦਾ ਹੱਲ ਹੋ ਪਾਵੇਗਾ? ਸਮੱਸਿਆਵਾਂ ਤੋਂ ਬਾਹਰ ਪੰਜਾਬ ਆ ਪਾਵੇਗਾ? ਦੇਖੋ, ਜੇ ਰਾਜਨੀਤਿਕ ਇੱਛਾ ਸ਼ਕਤੀ ਹੋਣਾ ਬਹੁਤ ਜ਼ਰੂਰੀ ਹੈ, ਉਸ ਤੋਂ ਬਿਨਾਂ ਕੁਝ ਨਹੀਂ ਹੋਣਾ। ਰਾਜ ਐਸਾ ਨਹੀਂ ਹੈ ਕਿ ਸਭ ਚੋਰ ਹੈ, ਅਸੀਂ ਇਹ ਬਿਲਕੁਲ ਨਹੀਂ ਕਹਿ ਕੇ ਅਸੀਂ ਅਪਮਾਨ ਕਰਾਂਗੇ ਆਪਣੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦਾ ਵੀ। ਪਰ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਇਮਾਨਦਾਰ ਵੀ ਨਹੀਂ ਹੈ। ਜਿੰਨਾ ਚਿਰ ਉੱਪਰ ਬੰਦਾ ਜਿਹੜਾ ਉਹ ਇਮਾਨਦਾਰ ਨਹੀਂ ਬੈਠੇਗਾ, ਉਹਨਾਂ ਚਿਰ ਥੱਲੇ ਇਸ ਤਰ੍ਹਾਂ ਹੀ ਸਮੱਸਿਆਵਾਂ 'ਚ ਜੂਝਦਾ ਰਹੇਗਾ ਪੰਜਾਬ। ਉਸ ਤਰ੍ਹਾਂ ਹੀ ਪੰਜਾਬ ਖੋਖਲਾ ਹੁੰਦਾ ਰਹੇਗਾ, ਸਾਡੀ ਜਵਾਨੀ ਬਾਹਰ ਜਾਂਦੀ ਰਹੇਗੀ, ਨਸ਼ੇ ਤੋਂ ਨਜਾਤ ਨਹੀਂ ਮਿਲੇਗੀ। ਉਹੀ ਰੇਤਾ ਮਾਫੀਆ, ਉਹੀ ਸ਼ਰਾਬ ਮਾਫੀਆ, ਉਹੀ तमाम ਟਰਾਂਸਪੋਰਟ ਮਾਫੀਆ, ਸਾਰੇ ਦਾ ਸਾਰਾ ਮਾਫੀਆ ਉਹੀ ਰਹੇਗਾ, ਉਸ ਚੁੰਗਲ 'ਚ ਹੀ ਰਹੇਗਾ। ਉਹਦਾ ਰੋਡ ਮੈਪ ਦੇਣਾ ਪਊਗਾ। ਉਹਦੇ ਲਈ ਇੱਛਾ ਸ਼ਕਤੀ, ਖਾਸ ਕਰਕੇ ਮੈਂ ਵਰਡ ਯੂਜ਼ ਕੀਤਾ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੈ, ਕਿਉਂਕਿ ਕੋਈ ਵੀ ਗਲਤ ਕੰਮ ਨਹੀਂ ਹੋ ਸਕਦਾ ਜੇ ਲੀਡਰ ਮਜਬੂਰ ਨਾ ਕਰਨ ਅਧਿਕਾਰੀ ਨੂੰ। ਅਧਿਕਾਰੀ ਮਜਬੂਰ ਇਸ ਕਰਕੇ ਹੋ ਜਾਂਦਾ ਕਿਉਂਕਿ ਉਹਨੂੰ ਡਰ ਸਤਾਉਂਦਾ ਹੈ ਕਿ ਮੇਰਾ ਤਬਾਦਲਾ ਕਰ ਦਿੱਤਾ ਜਾਏਗਾ, ਤੇ ਉਹਨਾਂ ਦੇ ਵੀ ਤੇ ਬੱਚੇ ਪੜ੍ਹਦੇ ਨਾ, ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ, ਘਰ ਡਿਸਟਰਬ ਹੁੰਦਾ, ਤੇ ਫਿਰ ਉਹ ਵੀ ਸੋਚਦਾ ਵੀ ਮੇਰੇ ਜਾਣ ਤੋਂ ਬਾਅਦ ਕਿਹੜਾ ਸਾਰਾ ਸਿਸਟਮ ਠੀਕ ਹੋ ਜਾਣਾ। ਇਸ ਕਰਕੇ ਉਹ ਮਜਬੂਰੀ 'ਚ ਇਹਨਾਂ ਦੀ ਹਾਂ 'ਚ ਹਾਂ ਮਿਲਾਉਂਦਾ ਹੈ, ਭਲੇ ਵੀ ਉਹ ਕੋਈ ਵੀ ਇਲੀਗਲ ਕਾਰੋਬਾਰ ਹੋਵੇ। ਇਸ ਕਰਕੇ ਉੱਪਰ ਇਮਾਨਦਾਰ ਬੈਠ ਗਿਆ ਤੇ ਥੱਲੇ ਸਾਰੀਆਂ ਸਮੱਸਿਆਵਾਂ ਦਾ ਨਿਦਾਨ ਹੋ ਜਾਏਗਾ। ਮੈਂ ਫਿਰ ਕਹੂੰਗਾ, ਇਹਦਾ ਨਿਦਾਨ ਜਿਹੜਾ ਉਹ ਮੁਫਤਖੋਰੀ, ਫ੍ਰੀ ਨਹੀਂ ਹੈ, ਉਹਦਾ ਕੰਸਟਰਕਟਿਵ ਪਲਾਨ ਦੇਣਾ ਪਏਗਾ। ਜਿਵੇਂ ਮੈਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਸ਼ਰਾਬ ਤੋਂ तेलंगाना 40,000 करोड़ कमांदा है, केबल तो इन्ने हज़ार करोड़ कमांदा है, रेता तो इन्ने हज़ार करोड़ कमांदा है, सारी ट्रांसपोर्ट तो इन्ने हज़ार करोड़ कमांदा है। सरकारी बसां दा बेड़ा गर्क करता, प्राइवेट बस जिहड़ा हजे किहड़ियां प्राइवेट बसां बंद हो गई, भले ये कुछ भी कहते रहे होण। इस करके जिन्ना चिर ऊपर इच्छा शक्ति नहीं होएगी, ऊपर ईमानदार आदमी नहीं बैठेगा, उन्ना चिर समस्यावां दा निदान होना मुश्किल है। एक कर्ज वादा होर वधेगा। कि लोकपक्षी नीतियां नहीं बना रही सरकार? मैं पहले तुहानूं कहा लोकपक्षी नीतियां होण ते सारा युवा बाहर को जाए। लोकां दियां ਜਿਹੜੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖ ਕੇ ਪਲਾਨਿੰਗ ਕਹਿੰਦੀ ਹੈ, ਏਸੀ ਦਫ਼ਤਰ ਕਮਰਿਆਂ 'ਚ ਪਲਾਨਿੰਗ ਹੁੰਦੀ ਹੈ। ਗਰਾਊਂਡ ਰੈਲੀ ਤੇ ਕਦੀ ਜਾ ਕੇ ਪੁੱਛਿਆ ਗਿਆ ਲੋਕਾਂ ਨੂੰ ਵੀ ਤੁਹਾਨੂੰ ਕੀ ਮੁਸੀਬਤ ਹੈ, ਤੁਹਾਨੂੰ ਕੀ ਮੁਸ਼ਕਲ ਹੈ, ਤੁਹਾਡੀ ਸੜਕ ਨਹੀਂ ਬਣ ਰਹੀ ਤੇ ਕਿਉਂ ਨਹੀਂ ਬਣ ਰਹੀ, ਤੁਹਾਡੇ ਇੱਥੇ ਪੀਣ ਨੂੰ ਪਾਣੀ ਨਹੀਂ ਆ ਰਿਹਾ ਤੇ ਕਿਉਂ ਨਹੀਂ ਆ ਰਿਹਾ, ਸੀਵੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਤੇ ਕਿਉਂ ਆ ਰਿਹਾ, ਗੁੰਡਾਗਰਦੀ ਵੱਧ ਗਈ ਹੈ ਤੇ ਇਹਦਾ ਕੀ ਹੱਲ ਹੈ, ਤੁਹਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਦਫ਼ਤਰ 'ਚ ਤੇ ਕਿਉਂ ਨਹੀਂ ਹੋ ਰਹੀ, ਤਹਿਸੀਲੇ ਤੁਸੀਂ ਜਾਂਦੇ ਹੋ ਰਜਿਸਟਰੀਕਰਨ ਪੈਸੇ ਕਿਉਂ ਦੇਣੇ ਪੈਂਦੇ ਆ, ਲਾਇਸੈਂਸ ਬਣਾਉਣ ਜਾਂਦੇ ਹੋ ਤੁਸੀਂ ਪੈਸੇ ਕਿਉਂ ਦੇਣੇ ਪੈਂਦੇ ਆ। ਮਤਲਬ ਇਸ तमाम ਜਿਹੜੀਆਂ ਚੀਜ਼ਾਂ ਇਹਨੂੰ ਹਰ ਲੀਡਰ ਜਾਂਦਾ, ਜਿਵੇਂ ਹੁਣੇ ਘਰ ਘਰ ਜਾ ਰਹੇ ਨੇ ਸਭ ਲੀਡਰ, ਪਿਛਲੇ 1.5 ਮਹੀਨੇ ਤੋਂ 2 ਮਹੀਨੇ ਤੋਂ ਇਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ, ਘਰ ਘਰ ਜਾ ਕੇ ਲੋਕਾਂ ਨੂੰ ਮਿਲ ਰਹੇ। ਤੇ ਉਸ ਤੋਂ ਮੈਂ ਨਹੀਂ ਕਹਿੰਦਾ ਵੀ ਹਰ ਰੋਜ਼ ਜਾਣ, ਕੋਈ ਮਹੀਨੇ 'ਚ ਕੋਈ 2 ਮਹੀਨੇ ਬਾਅਦ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਤੇ ਰੱਖਣ ਜਿੱਥੇ ਲੋਕ ਖੁੱਲ ਕੇ ਆਪਣੀ ਗੱਲ ਕਰ ਸਕਣ। ਲੋਕਾਂ ਨੂੰ ਤਾਂ ਦਬਾ ਦਿੱਤਾ ਜਾਂਦਾ ਹੈ, ਲੋਕਾਂ ਦੀ ਗੱਲ ਸੁਣਦਾ ਕੌਣ ਹੈ। ਇਸ तमाम ਚੀਜ਼ਾਂ ਨੇ ਜਿਹੜੀਆਂ ਦੇਖੋ ਜਿਹਦੇ ਤੇ ਜਾਗਰਤੀ ਲਿਆਣੀ जनता का काम है। जनता जो अपने छोटे छोटे लालच पै के ਜਾਂ ਧਰਮ ਜਾਤ ਦੇ ਆਧਾਰ ਤੇ ਵੋਟ ਪਾਉਗੀ ਤੇ ਇਹਦਾ ਕਲਿਆਣ ਹੋਣਾ असंभव है।
ਅੱਛਾ ਜੀ, ਇਹਦੇ ਨਾਲ ਹੀ ਮੇਰਾ ਇੱਕ ਲਾਸਟ ਸਵਾਲ ਹੈ ਕਿ ਜਿਹੜੇ ਪੂਰਵ ਡੀਜੀਪੀ ਰਹੇ ਮੁਹੰਮਦ ਮੁਸਤਫਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਜੇਕਰ ਉਹ ਚੁੱਪ ਨਾ ਹੋਵੇ ਤਾਂ ਮੈਂ ਹੋਰ ਵੀ ਖੁਲਾਸੇ ਕਰਾਂਗਾ। ਹਾਂ, ਇਹ ਮੈਂ ਅੱਜ ਕਿਤੇ ਪੜ੍ਹਿਆ, ਉਹਨਾਂ ਦਾ ਇੱਕ ਬਿਆਨ ਆਇਆ ਕਿ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ, ਕਿਉਂਕਿ ਮੇਰੀ ਪਤਨੀ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਨੇ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਵੀ ਉਹਨਾਂ ਨੇ, ਤੁਹਾਨੂੰ ਇਹ ਵੀ ਯਾਦ ਹੋਣਾ ਵੀ ਉਹਨਾਂ ਦੀ ਗੱਲ ਨੂੰ ਕਿੰਨੀ ਸੀਰੀਅਸਲੀ ਲੈਣਾ ਚਾਹੀਦਾ। ਇਹ ਵੀ ਕਿਹਾ ਸੀਗਾ ਵੀ 40 ਲੱਖ ਰੁਪਇਆ ਦੇ ਕੇ ਐਸਐਸਪੀ ਲਾਏ ਜਾਂਦੇ ਨੇ, ਇਹ ਕਿਹਾ ਗਿਆ ਸੀਗਾ। ਬਾਅਦ ਚੋਂ 2 ਮੰਤਰੀਆਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀਗਾ ਵੀ ਪੁਲਿਸ 'ਚ ਪੈਸੇ ਚੱਲਦੇ, ਪਰ ਇਹ ਤਬਦੀਲੀਆਂ 'ਚ ਪੈਸੇ ਚੱਲਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਤੁਸੀਂ ਇੱਕ ਸਰਵੇਖਣ ਕਰਾ ਲਓ, ਸਭ ਸੱਚ ਪਤਾ ਲੱਗ ਜਾਏਗਾ। ਪਰ ਇਹਨਾਂ ਨੇ ਉਹ ਨਾਮ ਨਹੀਂ ਸੀ ਦੱਸਿਆ, ਇਹਨਾਂ ਨੇ ਕਿਹਾ ਸੀ ਵੀ ਮੰਤਰੀ ਦਾ ਨਾਮ ਵੀ ਦੱਸਾਂਗੇ, ਪਰ ਇਹ ਇਹਨਾਂ ਦਾ ਨਿੱਜੀ ਮੈਂ ਕਹਿ ਸਕਦਾ ਸੋਚ ਹੈ ਵੀ ਜੇ ਉਹਨਾਂ ਨੇ ਇਹ ਗੱਲ ਕਹੀ ਹੈ। ਪਰ ਇਹ ਚੇਤਾਵਨੀ ਦੇਣ ਦੀ ਬਜਾਏ ਪਰ ਜੋ ਜਨਤਾ ਦੇ ਸਾਹਮਣੇ ਇਹ ਲੈ ਕੇ ਆਣ ਕਿ ਕੀ ਹੋਇਆ, ਕਿਸ ਤਰ੍ਹਾਂ ਪੰਜਾਬ ਨੂੰ ਖਾਧਾ ਗਿਆ, ਪੰਜਾਬ ਦੇ ਹਿੱਤ 'ਚ ਕਿਹੜੀਆਂ ਨੀਤੀਆਂ ਨਹੀਂ ਸੀਗੀਆਂ ਜਿਨ੍ਹਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਗਿਆ, ਜਾਂ ਇਹ ਲੀਡਰ ਆਪੇ ਹੀ ਘਰੇ ਸੁੱਤੇ ਰਹੇ, ਅਧਿਕਾਰੀਆਂ ਨੂੰ ਪਾਵਰ ਦਿੱਤੀ ਨਹੀਂ, ਕੀ ਹੋਇਆ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਕਹਿੰਦੇ ਤਾਂ ਹੈਗੇ ਵੀ ਲੋਕਤੰਤਰ ਹੈ, ਤੇ ਲੋਕਤੰਤਰ 'ਚ ਲੋਕਾਂ ਨੂੰ ਜਾਣਨ ਦਾ ਅਧਿਕਾਰ ਹੈ ਵੀ ਕੀ ਹੋ ਰਿਹਾ ਹੈ, ਕੌਣ ਖਾ ਰਿਹਾ ਸਾਨੂੰ ਕੌਣ ਲੁੱਟ ਰਿਹਾ ਲੋਕਾਂ ਨੂੰ। ਇਸ ਕਰਕੇ ਉਹਨਾਂ ਨੂੰ ਬਿਆਨ ਦੇਣ ਦੀ ਬਜਾਏ ਲੋਕਾਂ ਦੇ ਸਾਹਮਣੇ ਸਾਰੀਆਂ ਚੀਜ਼ਾਂ ਸਾਰਵਜਨਿਕ ਕਰ ਦੇਣੀਆਂ ਚਾਹੀਦੀਆਂ। ਠੀਕ। ਇਹ ਸਨ ਦੀਪਕ ਭੰਡਾਰੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਪੰਜਾਬ ਦੀਆਂ ਚੋਣਾਂ ਨੂੰ ਅਤੇ ਪੰਜਾਬ ਵਿੱਚ ਹੋ ਰਹੀ ਸਿਆਸਤ ਨੂੰ ਲੈ ਕੇ। ਇਸੇ ਤਰ੍ਹਾਂ ਦਾ ਪ੍ਰੋਗਰਾਮ ਇੱਕ ਵਾਰੀ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।